ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਜ਼ ਵਿਦ ਮਨਦੀਪ ਪੂਨੀਆ ਦੇ ਵਿੱਚ। ਹੈਡਲਾਈਨਾਂ ਦੇ ਪਿੱਛੇ ਛੁਪੇ ਹੋਏ ਖਬਰਾਂ ਦੇ ਸੱਚ ਨੂੰ ਲੱਭਣ ਦੀ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਤੇ ਉਸ ਦੇ ਲਈ ਸਹਿਯੋਗ ਹੁੰਦਾ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਦਾ ਕਰਦੇ ਹਾਂ ਰੁਖ। ਸਭ ਤੋਂ ਪਹਿਲਾਂ ਗਵਾਂਢੀ ਮੁਲਕ ਬੰਗਲਾਦੇਸ਼ ਦੇ ਵੱਲ ਚੱਲਦੇ ਹਾਂ। ਬੰਗਲਾਦੇਸ਼ ਤੋਂ ਉੱਥੇ ਪਹਿਲਾਂ ਰਾਜ ਕਰਦੀ ਸ਼ੇਖ ਹਸੀਨਾ ਜਹਾਜ਼ ਚੜ੍ਹ ਕੇ ਭੱਜ ਆਉਂਦੀ ਹੈ ਭਾਰਤ, ਜਿਸ ਸਮੇਂ ਉੱਥੇ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਸੀ ਤੇ ਉਸ ਸਮੇਂ ਸਭ ਤੋਂ ਪਹਿਲਾਂ ਤਾਂ ਉਸ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਹੀ ਸ਼ੇਖ ਹਸੀਨਾ ਨੇ ਕੀਤੀ ਸੀ, ਜਿਸ ਦੇ ਵਿੱਚ ਕਈ ਸਟੂਡੈਂਟਸ ਦੀ ਮੌਤ ਵੀ ਹੋਈ, ਉਹਨਾਂ ਨੂੰ ਮਾਰ ਵੀ ਇੱਕ ਤਰੀਕੇ ਦੇ ਨਾਲ ਕਤਲ ਹੀ ਕਹਾਂਗੇ ਕਰ ਦਿੱਤਾ ਗਿਆ। ਪਰ ਹੁਣ ਕਹਿੰਦੇ ਵੀ ਉਸ ਦਾ ਅੰਜਾਮ ਇਹ ਹੋਇਆ ਕਿ ਸ਼ੇਖ ਹਸੀਨਾ ਨੂੰ ਉਸ ਦੇ ਦੇਸ਼ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਬੇਸ਼ੱਕ ਉਹ ਉੱਥੇ ਨਹੀਂ ਹੈ। ਕੀ ਕਹਿੰਦੇ ਹੋ ਜੀ ਇਸ ਦੇ ਉੱਪਰ? ਇਸ ਨੂੰ ਕਿਵੇਂ ਸਮਝੀਏ ਆਪਾਂ? ਤੇ ਹਸੀਨਾ ਜਿਹੜੀ ਹੈ ਉਹ ਤਾਂ ਭਾਰਤ ਆਈ ਹੋਈ ਸੀ। ਹਾਂਜੀ, ਇਹ ਬਿਲਕੁਲ ਉਹ ਇੰਡੀਆ 'ਚ ਆਏ ਹੋਏ ਨੇ। ਸਾਲ 2024 'ਚ ਇਹ ਸਾਰਾ ਅੰਦੋਲਨ ਚੱਲਿਆ ਸੀ ਸਟੂਡੈਂਟਾਂ ਦਾ। ਯਾਦ ਕਰੋ, ਜੁਲਾਈ 2024 ਉਦੋਂ ਸਟੂਡੈਂਟਸ ਦਾ ਇੱਕ ਵੱਡਾ ਮੂਵਮੈਂਟ ਜਿਹੜਾ ਬੰਗਲਾਦੇਸ਼ 'ਚ ਸ਼ੁਰੂ ਹੋਇਆ ਸੀ ਸ਼ੇਖ ਹਸੀਨਾ ਦੀ ਗਵਰਨਮੈਂਟ ਦੇ ਉਲਟ। ਉਹਦੇ ਉੱਥੇ ਜਿਹੜੇ ਗਵਰਨਮੈਂਟ ਨੌਕਰੀਆਂ ਦੇ ਵਿੱਚ ਜਿਹੜੇ ਰੂਲਿੰਗ ਪਾਰਟੀ ਦੇ ਲੋਕ ਨੇ ਉਹਨਾਂ ਦਾ ਰਿਜ਼ਰਵੇਸ਼ਨ ਵਧਾਉਣ ਦੀ ਗੱਲ ਆ ਰਹੀ ਸੀ, ਹੋਰ ਕਈ ਸਾਰੇ ਮਾਮਲੇ ਸੀਗੇ ਜਿਹਦੇ ਕਰਕੇ ਸਟੂਡੈਂਟ ਸੜਕਾਂ ਤੇ ਆਏ ਸੀਗੇ। ਤੇ ਉੱਥੇ ਹਾਂ ਬਿਲਕੁਲ ਬਹੁਤ ਸਾਰੇ ਨੌਜਵਾਨਾਂ ਦਾ ਕਤਲ ਹੋਇਆ ਔਰ ਉਹਨਾਂ ਕਤਲਾਂ ਦਾ ਸਾਰਾ ਇਲਜ਼ਾਮ ਹੁਣ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨਲ ICT ਨੇ ਹੱਤਿਆ ਵਾਸਤੇ ਉਕਸਾਉਣ ਅਤੇ ਹੱਤਿਆ ਦੇ ਆਦੇਸ਼ ਦੇਣ ਦੇ ਬਦਲੇ 'ਚ ਉਹਨਾਂ ਨੂੰ ਸਜ਼ਾਏ ਮੌਤ ਸੁਣਾਈ ਹੈ। ਬਾਕੀ ਜੀ ਕੁਝ ਮਾਮਲੇ ਏਦਾਂ ਦੇ ਵੀ ਹੈ ਜਿਨ੍ਹਾਂ 'ਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 5 ਜੀ ਮਾਮਲਿਆਂ ਦੇ ਅੰਦਰ ਸ਼ੇਖ ਹਸੀਨਾ ਨੂੰ ਆਰੋਪੀ ਬਣਾਇਆ ਗਿਆ ਸੀ। ਸ਼ੇਖ ਜੀ ਹਸੀਨਾ ਇਸ ਟਾਈਮ ਬਿਲਕੁਲ ਇੰਡੀਆ ਦੇ ਵਿੱਚ ਹੈਗੇ ਆ। ਤੇ ਦੂਜੀ ਗੱਲ ਹੁਣ ਤਾਂ ਇਹ ਚੱਲ ਰਹੀ ਹੈ ਕਿ ਕੀ ਜਿਹੜੇ ਸ਼ੇਖ ਹਸੀਨਾ ਹੈਗੇ ਆ ਉਹਨਾਂ ਨੂੰ ਹੂੰ ਵਾਪਸ ਇੰਡੀਆ ਬੰਗਲਾਦੇਸ਼ ਨੂੰ ਹੈਂਡਓਵਰ ਕਰੂਗਾ, ਕਿਉਂਕਿ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਜਿਹੜੇ ਉੱਥੋਂ ਦੀ ਫੋਰਨ ਮਿਨਿਸਟਰੀ ਉਹਦਾ ਬਿਆਨ ਆ ਚੁੱਕਿਆ ਹੈ। ਜੀ ਬਿਆਨ ਤਾਂ ਸ਼ੇਖ ਹਸੀਨਾ ਦਾ ਵੀ ਆਇਆ। ਸ਼ੇਖ ਹਸੀਨਾ ਨੇ ਕਿਹਾ ਕਿ ਜਿਹੜੇ ਮੇਰੇ ਖਿਲਾਫ ਮੇਰੇ ਉਲਟ ਜਿਹੜਾ ਫੈਸਲਾ ਆਇਆ ਹੈਗਾ ਇਹ ਰਾਜਨੀਤੀ ਨਾਲ ਪ੍ਰੇਰਿਤ ਹੈ ਤੇ ਇਹਦੇ 'ਚ ਮੇਰਾ ਪੱਖ ਨਹੀਂ ਸੁਣਿਆ ਗਿਆ ਤੇ ਇਹ ਇੱਕ ਏਦਾਂ ਦੀ ਗਵਰਨਮੈਂਟ ਵੱਲੋਂ ਕੀਤਾ ਗਿਆ ਜਿਹੜੀ ਨੋਨ ਇਲੈਕਟਿਡ ਗਵਰਨਮੈਂਟ ਹੈ, ਜਿਹੜੀ ਕਿ ਜੀ ਉੱਥੇ ਤੇ ਇਸ ਗਵਰਨਮੈਂਟ ਕੋਲ ਕੋਈ ਜਨਤਾ ਦਾ ਜਨਾਦੇਸ਼ ਤਾਂ ਹੈ ਨਹੀਂ, ਤਾਂ ਇਸ ਕਰਕੇ ਜੀ ਇਹ ਗਲਤ ਹੈ ਇਹ ਫੈਸਲਾ। ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਉਸ ਤੋਂ ਬਾਅਦ ਇਹ ਵੀ ਆਇਆ ਕਿ ਇੰਡੀਆ ਤੇ ਭਾਰਤ ਦਾ ਇੰਡੀਆ ਤੇ ਬੰਗਲਾਦੇਸ਼ ਦਾ 2013 'ਚ ਇੱਕ ਐਡੀਸ਼ਨਲ ਟ੍ਰੀਟੀ ਸਾਈਨ ਹੋਈ ਸੀ। ਉਹਦੇ 'ਚ ਜੀ ਜੇ ਇਸ ਕਿਸਮ ਦੇ ਅਪਰਾਧ ਹੁੰਦੇ ਆ ਜਿਹੜੇ ਕ੍ਰੋਸ ਬਾਰਡਰ ਕਹਿ ਲੋ ਹੋਰ ਇਸ ਕਿਸਮ ਦੇ, ਉਹਦੇ 'ਚ ਐਕਸਚੇਂਜ ਅਪਰਾਧੀਆਂ ਦੀ ਐਕਸਚੇਂਜ ਦੀ ਸ਼ਰਤਾਂ ਵੀ ਹੈਗੀਆਂ। ਜੀ ਜੇ ਇਸ ਕਿਸਮ ਦਾ ਅਪਰਾਧ ਹੋਵੇ ਜਿਹੜਾ ਕਿ ਉੱਧਰ ਵੀ ਅਪਰਾਧ ਮੰਨਿਆ ਜਾਵੇ ਤੇ ਇੱਧਰ ਵੀ ਅਪਰਾਧ ਮੰਨਿਆ ਜਾਵੇ, ਫਿਰ ਜੀ ਸੌਂਪਿਆ ਜਾ ਸਕਦਾ ਹੈ। ਜਾਂ ਫਿਰ ਹੋਰ ਵੀ ਕਈ ਇਹਦੇ 'ਚ ਚੀਜ਼ਾਂ ਹੈਗੀਆਂ। ਲੇਕਿਨ ਇਹਦੇ 'ਚ ਸ਼ੇਖ ਹਸੀਨਾ ਜਿਹੜੀ ਗੱਲ ਪੁਸ਼ ਕਰ ਰਹੀ ਹੈ ਕਿ ਜਿਹੜੇ ਮੁਕੱਦਮੇ ਨੇ ਰਾਜਨੀਤੀ ਨਾਲ ਪ੍ਰੇਰਿਤ ਨੇ ਤੇ ਉੱਥੇ ਜਿਹੜੀ ਸਰਕਾਰ ਹੈ ਉਹ ਨੋਨ ਇਲੈਕਟਿਡ ਗਵਰਨਮੈਂਟ ਹੈ। ਤਾਂ ਇਹ ਕੁਝ ਚੀਜ਼ਾਂ ਨੇ, ਦੇਖਦੇ ਆ ਇਹਦੇ 'ਚ ਇੰਡੀਆ ਕੀ ਸਟੈਂਡ ਲੈਂਦਾ। ਸਾਰਿਆਂ ਨੂੰ ਇੰਡੀਆ ਦੇ ਆਪਾਂ ਕਹਿ ਲਈਏ ਕਿ ਸਟੈਂਡ ਦਾ ਇੰਤਜ਼ਾਰ ਹੈ। ਬਾਕੀ ਇੱਕ ਤੁਸੀਂ ਇੰਟਰਨੈਸ਼ਨਲ ਲੈਵਲ ਸਾਊਥ ਏਸ਼ੀਆ ਦੀ ਪੋਲਿਟਿਕਸ 'ਚ ਇੱਕ ਵੱਡੀ ਖਬਰ ਹੈ ਕਿ ਇੱਕ ਮੁਲਕ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਉਹਨੂੰ ਜੀ ਉੱਥੋਂ ਦੇ ਲੋਕਾਂ ਨੇ ਤਖਤਾ ਪਲਟ ਕਰਕੇ ਉਹਦੇ ਉਲਟ ਇੱਕ ਫੈਸਲਾ ਲਿਆਇਆ ਗਿਆ ਹੈਗਾ ਤੇ ਉਹ ਵੀ ਜੀ ਸਜ਼ਾਏ ਮੌਤ ਦਾ ਹੈ। ਦੇਖਦੇ ਹਾਂ ਕਿ ਕੀ ਭਾਰਤ ਬੰਗਲਾਦੇਸ਼ ਨੂੰ ਉਹਨਾਂ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵਾਪਸ ਕਰਦਾ ਹੈਗਾ ਜਾਂ ਫਿਰ ਇੱਥੇ ਹੀ ਉਹ ਰਹਿੰਦੇ ਨੇ। ਮਤਲਬ ਅੱਗੇ ਸਾਊਥ ਏਸ਼ੀਆ ਦੀ ਇਹ ਪੋਲਿਟਿਕਸ ਹੈ, ਇਹ ਵੀ ਇਹਦੇ ਨਾਲ ਇਸ ਡਿਸੀਜਨ ਨਾਲ ਡਿਸਾਈਡ ਹੋਣੀ ਹੈ। ਜੀ ਬਹੁਤ ਕੁਝ ਇਸ ਤੇ ਟਿਕਿਆ ਹੋਇਆ ਹੈ, ਬਹੁਤ ਕੁਝ ਡਿਸਾਈਡ ਹੋਊਗਾ ਕਿਉਂਕਿ ਇਹ ਟੈਸਟ ਕੇਸ ਬਣ ਜਾਂਦੇ ਨੇ ਜਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਸੋ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਟੈਰਿਫ ਖੇਡਣ ਤੋਂ ਬਾਅਦ ਹੁਣ ਆਖਿਰਕਾਰ ਭਾਰਤ ਤੇ ਅਮਰੀਕਾ ਦੇ ਵਿਚਾਲੇ ਇੱਕ ਡੀਲ ਹੋਈ ਹੈ। ਡੀਲ ਕਿਹੜੀ ਚੀਜ਼ ਨੂੰ ਲੈ ਕੇ ਹੈ ਜੀ, ਤੇ ਕੀ ਇਹ ਡੀਲ ਸਿਰੇ ਲੱਗ ਚੁੱਕੀ ਹੈ? ਇਸ 'ਚ ਵੱਧ ਫਾਇਦਾ ਕਿਹਦਾ ਹੈ ਤੇ ਨੁਕਸਾਨ ਕਿਹਦਾ ਹੈ? ਦੇਖੋ, ਡੀਲ ਹੋਈ ਹੈ ਭਾਰਤ ਤੇ ਅਮਰੀਕਾ ਦੇ ਵਿਚਕਾਰ ਤੇ ਇਹ ਗੈਸ ਨੂੰ ਲੈ ਕੇ ਹੋਈ ਹੈ। ਤਕਰੀਬਨ ਇੰਡੀਆ ਦੀ ਜਿਹੜੀ ਸਾਲਾਨਾ ਜ਼ਰੂਰਤ ਹੈ ਉਹਦੀ 10% ਗੈਸ ਖਰੀਦਣ ਦੀ ਗੱਲ ਇੰਡੀਆ ਵੱਲੋਂ ਕਹੀ ਗਈ ਹੈ। ਇਹਨੂੰ ਜੀ ਤਕਰੀਬਨ ਇਹ ਮੰਨ ਕੇ ਚਲੋ 2.2 ਮਿਲੀਅਨ ਟਨ MTPA LPG ਖਰੀਦਣ ਦੀ ਗੱਲ ਹੈ।
ਤੇ LPG ਵਾਸਤੇ ਜਿਹੜੀ ਡੀਲ ਹੋਈ ਹੈ ਉਹਦੇ 'ਚ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਇਹ ਮੇਨ ਇੰਡੀਆ ਵੱਲੋਂ ਹੈਗੇ ਆ, ਤੇ ਉਧਰ ਅਮਰੀਕਨ ਐਨਰਜੀ ਸਪਲਾਇਰਸ ਜਿਹਦੇ 'ਚ ਚੇਵਰੋਨ, ਫਿਲਿਪਸ 66 ਅਤੇ ਟੋਟਲ ਐਨਰਜੀਜ਼ ਟ੍ਰੇਡਿੰਗ, ਇਹ ਉੱਥੇ ਚਾਰ ਮੁੱਖ ਪਲੇਅਰ ਉਧਰ ਦੇ ਨੇ। ਤੇ ਜੀ ਇਹ ਜਿਹੜੀ ਡੀਲ ਹੋਈ ਹੈ ਅੱਜ ਹੋਈ ਹੈ, ਇਹਦੇ 'ਚ ਇੰਡੀਆ ਤਾਂ ਇਹ ਕਹਿ ਰਿਹਾਗਾ ਕਿ ਇਹਦੇ ਨਾਲ ਸਾਡਾ ਜਿਹੜਾ એનર્ਜੀ ਸਿਕਿਉਰਿਟੀ ਹੈ ਉਹ ਜੀ ਮਜ਼ਬੂਤ ਹੋਊਗੀ ਤੇ ਟ੍ਰੈਡੀਸ਼ਨਲ ਸੋਰਸਿਸ ਤੇ ਸਾਡੀ ਨਿਰਭਰਤਾ ਘੱਟ ਹੋਊਗੀ। ਜਿਵੇਂ ਅੱਛਾ, ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਸਪਲਾਈ ਚੇਨ ਜ਼ਿਆਦਾ ਸਟੇਬਲ ਰਹੂਗੀ ਤੇ ਜੀ ਦੁਨੀਆ ਭਰ 'ਚ ਜਿਹੜੀ ਕੀਮਤਾਂ ਬਦਲਦੀਆਂ ਨੇ ਗੈਸ ਦੀਆਂ, LPG ਦੀਆਂ, ਉਹਦਾ ਘੱਟ ਅਸਰ ਸਾਡੇ ਤੇ ਪਊਗਾ। ਤੇ ਇੱਕ US ਨਾਲ ਸਾਡਾ ਟ੍ਰੇਡ ਬੈਲੈਂਸ ਵੀ ਇਹਦੇ ਕਰਕੇ ਹੋਊਗਾ। ਇਹ ਇੰਡੀਆ ਵੱਲੋਂ ਗੱਲਾਂ ਆਖੀਆਂ ਗਈਆਂ ਹੈਗੀਆਂ। ਇਹਦੇ 'ਚ ਮਤਲਬ ਪੈਟਰੋਲੀਅਮ ਮਿਨਿਸਟਰ ਨੇ ਹਰਦੀਪ ਸਿੰਘ ਪੁਰੀ, ਉਹਨਾਂ ਨੇ ਇਸ ਨੂੰ ਹਿਸਟੋਰੀਕਲ ਡੀਲ ਦੱਸਿਆ। ਉਹਨਾਂ ਨੇ ਕਿਹਾ ਕਿ ਜਿਸ ਹਿਸਾਬ ਨਾਲ ਦੁਨੀਆ ਭਰ 'ਚ LPG ਦੀ ਮਾਰਕੀਟ ਹੈ, ਉਹਦੇ 'ਚ ਇੱਕ US ਸਪਲਾਈ ਦਾ ਸਾਡਾ ਇੱਕ ਵੱਡਾ ਨੈਟਵਰਕ ਖੁੱਲ ਗਿਆ ਹੈਗਾ, ਸਾਡੀ ਵੱਡੀ ਚੇਨ ਖੁੱਲ ਗਈ ਹੈਗੀ। ਉਹਦੇ ਕਰਕੇ ਅਸੀਂ LPG ਦੀ ਜਿਹੜੀ ਕੀਮਤਾਂ ਨੇ ਉਹਨਾਂ ਨੂੰ ਵੀ ਕੰਟਰੋਲ 'ਚ ਰੱਖ ਪਾਵਾਂਗੇ। ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈਗੀ ਆ। ਮਤਲਬ ਬੇਸਿਕਲੀ ਤਾਂ ਇਹ ਹੈ ਕਿ ਜਿਹੜੀ ਖਪਤ ਹੈ ਉਹ ਕੀਮਤਾਂ ਵੀ ਉਹਦਾ LPG ਦੀਆਂ 60% ਤੱਕ ਤੋਂ ਵੀ ਵਧੀਆਂ ਨੇ। ਤੇ ਇਹਦੇ 'ਚ ਆਪਾਂ ਨੂੰ ਪਤਾ ਕਿ ਸਬਸਿਡਾਈਜ਼ ਰੇਟ ਦੀ ਵੀ ਗੱਲ ਆਉਂਦੀ ਹੈ, ਕਿਉਂਕਿ ਸਿਲੰਡਰ 1100 ਰੁਪਏ ਦਾ ਹੋ ਰੱਖਿਆ ਗਾ। ਹੋਰ ਵੀ ਕਈ ਸਾਰੀਆਂ ਚੀਜ਼ਾਂ ਨੇ। ਦੇਖਦੇ ਹਾਂ ਕਿ ਕੀ ਇਸ ਡੀਲ ਨਾਲ ਕਿਸੇ ਕਿਸਮ ਦੀ ਜਿਹੜੀ ਘਰੇਲੂ ਖਪਤ ਹੈ ਉਹਦੀ ਕੀਮਤਾਂ 'ਚ ਕੋਈ ਬਦਲਾਅ ਆਊਗਾ, ਇਹ ਨਹੀਂ ਆਊਗਾ, ਇਹ ਤਾਂ ਅੱਗੇ ਪਤਾ ਲੱਗੂਗਾ। ਪਰ ਮਤਲਬ ਇਹ ਜਿਹੜਾ ਪਹਿਲੀ ਡੀਲ ਜਿਹੜੀ ਸਾਈਨ ਹੋ ਰਹੀ ਹੈ ਇੰਨੀ ਵੱਡੀ, ਉਹ ਆਫਟਰ ਟੈਰਿਫ ਸਾਈਨ ਹੋਈ ਹੈ। ਟੈਰਿਫ ਤੋਂ ਬਾਅਦ ਇਹ ਲੱਗ ਰਿਹਾ ਸੀਗਾ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਖਰਾਬ ਨੇ। ਆਪਾਂ ਕਈ ਵਾਰ ਆਪਣੇ ਬੁਲੇਟਿਨਾਂ 'ਚ ਗੱਲ ਵੀ ਕਰਦੇ ਸੀ, ਮੈਂ ਬਾਰ-ਬਾਰ ਕਹਿੰਦਾ ਸੀਗਾ ਕਿ ਇੰਡੀਆ ਵੱਲੋਂ 4 ਲੋਬੀਜ਼ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ ਲਗਾਤਾਰ। ਡਿਪਲੋਮੈਟਸ ਦੀਆਂ ਵੀ ਮੀਟਿੰਗਾਂ ਹੋ ਰਹੀਆਂ ਸੀ, ਹੋਰ ਵੀ ਕਈ ਜੀ ਲੋਕ ਸੀਗੇ, ਅੰਬਾਨੀ ਵੀ ਉਹਨਾਂ 'ਚ ਇੱਕ ਪਲੇਅਰ ਸੀਗਾ। ਤੇ ਇਹ ਜੀ ਉਹਦਾ ਇੱਕ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਗਾ। ਤੇ ਇੱਕ ਪਹਿਲੀ ਡੀਲ ਤਾਂ ਸਾਈਨ ਹੋਈ। ਅੱਗੇ ਦੇਖਦੇ ਹਾਂ ਕਿ ਕਿਵੇਂ ਇੰਡੀਆ US ਜਿਹੜੀ ਟ੍ਰੇਡ ਡੀਲਸ ਹੈਗੇ ਉਹ ਕਿਵੇਂ ਅੱਗੇ ਹੋਣਗੀਆਂ, ਜਾਂ ਕਿਵੇਂ ਚੀਜ਼ਾਂ ਅੱਗੇ ਰਿਲੇਸ਼ਨ ਸਮੂਥ ਹੋਣਗੇ ਜਾਂ ਨਹੀਂ ਹੋਣਗੇ, ਉਹ ਤਾਂ ਅੱਗੇ ਆਪਾਂ ਨੂੰ ਪਤਾ ਲੱਗੂਗਾ। ਜੀ। ਅਗਲੀ ਜੇਕਰ ਗੱਲ ਕਰੀਏ ਤਾਂ ਸਪਾ ਦੇ ਨੇਤਾ ਆਜ਼ਮ ਖਾਨ ਤੇ ਉਹਨਾਂ ਦਾ ਬੇਟਾ ਜਿਹੜਾ ਅਬਦੁੱਲਾ ਹੈ, ਦੋਵਾਂ ਨੂੰ 7-7 ਸਾਲ ਦੀ ਸਜ਼ਾ ਹੋਈ ਹੈ। ਤੇ ਦਿਲਚਸਪ ਇਹ ਹੈ ਕਿ 2-2 ਬਿਸਕੁਟਾਂ ਦੇ ਪੈਕੇਟ ਲੈ ਕੇ ਜੇਲ੍ਹ ਵੱਲ ਨੂੰ ਤੁਰੇ ਹੋਏ ਸੀ। ਦੇਖੋ ਇਹਦੇ 'ਚ ਇਹੀ ਹੈ ਕਿ ਬਿਲਕੁਲ ਦੁਬਾਰੇ ਤੋਂ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਹੈਗਾ। ਆਜ਼ਮ ਖਾਨ ਜਦੋਂ ਜੇਲ੍ਹ ਤੋਂ ਬਾਹਰ ਆਏ ਸੀਗੇ, ਪਿਛਲੇ ਕਈ ਸਾਲਾਂ ਤੋਂ ਜੇਲ੍ਹ 'ਚ ਬੰਦ ਸੀਗੇ, ਉਹਨਾਂ ਨੇ ਬਹੁਤ ਇਮੋਸ਼ਨਲ ਇੰਟਰਵਿਊ ਦਿੱਤੇ ਸੀਗੇ। ਆਜ਼ਮ ਖਾਨ ਦੀ ਗੱਲ ਇਸ ਕਰਕੇ ਕਰ ਰਿਹਾ ਮੈਂ, ਆਪਣੇ ਸਰੋਤਿਆਂ ਨੂੰ ਵੀ ਦੱਸ ਦਿਆਂ ਕਿ ਆਜ਼ਮ ਖਾਨ ਮੁਸਲਮਾਨਾਂ ਦੇ ਵਨ ਆਫ ਦਾ ਟੋਲੈਸਟ ਲੀਡਰ ਮੰਨੇ ਜਾਂਦੇ ਹੈਗੇ। ਜਿਵੇਂ ਅਸਦੁੱਦੀਨ ਓਵੈਸੀ, ਉਸ ਕਿਸਮ ਦੀ ਟੋਲ ਫਿਗਰ ਆਜ਼ਮ ਖਾਨ ਵੀ ਹੈਗੇ। ਜਿਵੇਂ ਇਲੈਕਟੋਰਲ ਪੋਲਿਟਿਕਸ ਜਦੋਂ ਸਿੱਖਾਂ ਦੀ ਗੱਲ ਆਉਂਦੀ ਸੀ ਇੰਡੀਆ ਦੀ ਪੋਲਿਟਿਕਸ, ਉਦੋਂ ਪ੍ਰਕਾਸ਼ ਸਿੰਘ ਬਾਦਲ ਜੀ ਦਾ ਨਾਮ ਆਉਂਦਾ ਸੀਗਾ, ਉਵੇਂ ਹੀ ਇਹਨਾਂ ਦਾ ਨਾਂ ਵੀ ਲਿਆ ਜਾਂਦਾ ਗਾ ਇੱਥੇ ਇਲੈਕਟੋਰਲ ਪੋਲਿਟਿਕਸ 'ਚ ਮੁਸਲਮਾਨਾਂ 'ਚ। ਆਜ਼ਮ ਖਾਨ ਦਾ ਮੈਂ ਇਲੈਕਟੋਰਲ ਪੋਲਿਟਿਕਸ ਸ਼ਬਦ ਵਰਤ ਰਿਹਾਗਾ ਤਾਂ ਮਤਲਬ ਤਾਂ ਕਿ ਸਮਝਣ 'ਚ ਆਸਾਨੀ ਹੋਵੇ। ਚੋਣਾਂ ਵਾਲੀ ਰਾਜਨੀਤੀ, ਮਤਲਬ ਉਹਨੂੰ ਓਵਰਆਲ ਰਾਜਨੀਤੀ ਨਾ ਸਮਝਿਆ ਜਾਵੇ। ਨਹੀਂ ਤਾਂ ਮਤਲਬ ਕਈ ਸਿੱਖ ਜੀ ਇਤਰਾਜ਼ ਵੀ ਕਰਦੇ ਨੇ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਕਿਉਂ ਲੈਂਦੇ ਹੈਗੇ ਹੋ। ਉਹ ਹੂੰ ਮਤਲਬ ਇਹ ਵੀ ਚੱਕਰ ਹੈ। ਤਾਂ ਜੀ ਮਤਲਬ ਇੱਕ ਹਿਸਾਬ ਨਾਲ ਤੁਸੀਂ ਆਜ਼ਮ ਖਾਨ ਦਾ ਕਦ ਦੇਖੋਗੇ ਤਾਂ ਇਲੈਕਟੋਰਲ ਪੋਲਿਟਿਕਸ ਦੇ ਹਿਸਾਬ ਨਾਲ ਮੁਸਲਮਾਨਾਂ 'ਚ ਸਭ ਤੋਂ ਵੱਡਾ ਤੁਸੀਂ ਕਹਿ ਸਕਦੇ ਹੋ ਕਿ ਹਿਸਾਬ ਨਾਲ ਇਸ ਕਰੰਟ ਪਿਛਲੇ 30 ਸਾਲਾਂ 'ਚ ਤਾਂ ਕਹਿ ਸਕਦੇ ਹੋ ਘੱਟੋ ਘੱਟ। ਤੇ ਜੀ ਉਹਨਾਂ ਨੂੰ ਬੀਜੇਪੀ ਜਦੋਂ ਦੀ ਸੂਬੇ 'ਚ ਸਰਕਾਰ ਬਣਾਈ ਬੀਜੇਪੀ ਨੇ, ਸਭ ਤੋਂ ਵੱਧ ਆਜ਼ਮ ਖਾਨ ਨੂੰ ਤੰਗ ਕੀਤਾ ਗਿਆ। ਬੱਕਰੀ ਚੋਰਨ ਤੋਂ ਲੈ ਕੇ ਪਤਾ ਨਹੀਂ ਕਿਸ ਕਿਸਮ ਦੇ ਉਹਨਾਂ ਤੇ ਮੁਕੱਦਮੇ ਦਰਜ ਕੀਤੇ ਗਏ। ਹੁਣ ਜਿਹੜੀ 7 ਜੀ ਸਾਲ ਦੀ ਸਜ਼ਾ ਉਹਨਾਂ ਤੇ ਉਹਨਾਂ ਦੇ ਬੇਟੇ ਨੂੰ ਹੋਈ ਹੈ, ਉਹ ਇੱਕ ਫਰਜ਼ੀ ਪੈਨ ਜੀ ਕਾਰਡ ਬਣਾਉਣ ਨੂੰ ਲੈ ਕੇ ਹੋਈ ਹੈ। ਹੁਣ ਦੱਸੋ ਹੂੰ ਮਤਲਬ ਕਿੱਡਾ ਵੱਡਾ ਉਹਨਾਂ ਤੇ ਦੋਸ਼ ਮੜਿਆ ਗਿਆ ਹੈਗਾ। ਤੇ ਇਹ ਫਰਜ਼ੀ ਪੈਨ ਕਾਰਡ ਦਾ ਐਡਾ ਵੱਡਾ 7 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਊਗੀ, ਜਦਕਿ ਉਹ 7-8 ਸਾਲ ਦੀ ਸਜ਼ਾ ਪਹਿਲਾਂ ਵੀ ਕੱਟ ਚੁੱਕੇ ਨੇ। ਸਭ ਤੋਂ ਜੀ ਪਹਿਲਾਂ ਜਿਹੜਾ ਬੀਜੇਪੀ ਨੇ ਜਿਸ ਆਗੂ ਨੂੰ ਜੇਲ੍ਹ 'ਚ ਧੱਕਿਆ ਸੀਗਾ ਉਹ ਆਜ਼ਮ ਖਾਨ ਹੀ ਸੀਗਾ। ਤੇ ਜੀ ਆਜ਼ਮ ਖਾਨ ਤੇ ਲਗਾਤਾਰ ਟੌਰਚਰ ਚੱਲ ਰਿਹਾ ਹੈਗਾ, ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਉਹਨਾਂ ਨੇ ਉਹਨਾਂ ਦੇ ਜਿਹੜੇ ਇੰਟਰਵਿਊ ਸੀਗੇ ਮੈਂ ਸਾਰੇ ਸੁਣੇ ਆਫਟਰ ਜੇਲ੍ਹ, ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਉਦੋਂ ਉਹਨਾਂ ਨੇ ਮਤਲਬ ਬਹੁਤ ਇਮੋਸ਼ਨਲ ਇੰਟਰਵਿਊ ਦਿੱਤੇ। ਉਹਨਾਂ ਨੇ ਕਿਹਾ ਕਿ ਇਸ ਮੁਲਕ ਨੂੰ ਰਾਮਪੁਰ ਵਾਸਤੇ, ਉੱਤਰ ਪ੍ਰਦੇਸ਼ ਵਾਸਤੇ, ਇਸ ਮੁਲਕ ਵਾਸਤੇ ਅਸੀਂ ਕੀ ਨਹੀਂ ਕੀਤਾ ਤੇ ਸਾਨੂੰ ਬਦਲੇ 'ਚ ਆ ਕੁਛ ਮਿਲ ਰਿਹਾ ਹੈਗਾ। ਹੂੰ ਕਿਉਂਕਿ ਅਸੀਂ ਰੂਲਿੰਗ ਕਲਾਸ ਦੀ ਲਾਈਨ ਨਹੀਂ ਟੋ ਕਰਦੇ। ਤਾਂ ਇਹ ਹੂੰ ਇੱਕ ਚੱਕਰ ਹੈ। ਦੇਖਦੇ ਹਾਂ ਕਿ ਮਤਲਬ ਹਾਲਾਂਕਿ ਅਖਿਲੇਸ਼ ਯਾਦਵ ਨੇ ਵੀ ਇਹ ਤੇ ਕਿਹਾ ਕਿ ਸੱਤਾ ਦੇ ਗਰੂਰ ਨੇ ਜਿਹੜੀ ਨਾਇਨਸਾਫੀ ਤੇ ਜ਼ੁਲਮ ਦੀਆਂ ਹੱਦਾਂ ਹੈਗੀਆਂ ਉਹਨਾਂ ਨੂੰ ਪਾਰ ਕਰ ਦਿੱਤਾ ਹੈ। ਤੇ ਕੁਦਰਤ ਇੱਕ ਦਿਨ ਇਸ ਸਾਰੇ ਦਾ ਇੰਤਜ਼ਾਮ ਮਤਲਬ ਆਪਾਂ ਕਹਿ ਲਈਏ ਕਿ ਸਾਰੇ ਦਾ ਫੈਸਲਾ ਕਰੂਗੀ
ਇਹ ਜਿਹੜਾ ਇਸ ਬਜ਼ੁਰਗ ਆਗੂ ਨਾਲ ਹੋ ਰਿਹਾ ਹੈਗਾ। ਆਜ਼ਮ ਖਾਨ ਉਹਦਾ ਬਹੁਤ ਜ਼ਿਆਦਾ ਬਜ਼ੁਰਗ ਵੀ ਹੋ ਚੁੱਕੇ ਨੇ, ਵੀ ਇੱਕ ਗੱਲ ਹੈ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਇਹ ਸਵਾਲ ਹੈ ਕਿ ਕਿੱਥੇ ਗਿਆ ਬਾਂਕੇ ਬਿਹਾਰੀ ਮੰਦਿਰ ਦਾ 1000 ਕਰੋੜ ਰੁਪਏ ਦਾ ਖਜ਼ਾਨਾ? ਇਹ ਕੀ ਹੈ ਜੀ ਪੂਰੀ ਖਬਰ, ਜਰਾ ਦੱਸਿਓ ਵਿਸਥਾਰ ਨਾਲ। ਦੇਖੋ, ਮਥੁਰਾ ਚ ਬਾਂਕੇ ਬਿਹਾਰੀ ਦਾ ਮੰਦਿਰ ਹੈਗਾ ਵਰਿੰਦਾਵਨ ਚ, ਤੇ ਉੱਥੇ ਜੀ। ਮਤਲਬ ਇਹ ਸੀਗਾ ਕਿ ਉੱਥੇ ਬਹੁਤ ਜ਼ਿਆਦਾ ਸੋਨਾ ਸੀਗਾ, ਬਹੁਤ ਜ਼ਿਆਦਾ ਉੱਥੇ ਆਭੂਸ਼ਣ ਸੀਗੇ ਕੀਮਤੀ। ਇਹ ਮੰਨਿਆ ਜਾਂਦਾ ਸੀ ਕਿ ਤਕਰੀਬਨ 1000 ਕਰੋੜ ਰੁਪਏ ਦਾ ਜਿਹੜਾ ਹੈਗਾ ਖਜ਼ਾਨਾ ਸੀਗਾ। ਤੇ ਇਸ ਵਾਰ ਜਦੋਂ 54 ਸਾਲ ਬਾਅਦ ਉਸ ਬੰਦ ਪੜੇ ਖਜ਼ਾਨੇ ਦਾ ਤਾਲਾ ਟੁੱਟਿਆ, ਤਾਂ ਲੋਕਾਂ ਨੂੰ ਉਤਸੁਕਤਾ ਸੀਗੀ ਕਿ ਦੁਬਾਰਾ ਉਹ ਆਪਾਂ ਨੂੰ ਸੋਨਾ, ਆਪਾਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਪਰ ਉੱਥੇ ਏਦਾਂ ਦਾ ਕੁਝ ਵੀ ਨਹੀਂ ਮਿਲਿਆ। ਉੱਥੇ ਮਤਲਬ ਸਾਰਾ ਉਹ ਜਿਹੜਾ ਤਹਿਖਾਨਾ ਸੀਗਾ, ਜਿੱਥੇ ਇੰਨੇ ਜ਼ਿਆਦੇ ਆਪਾਂ ਕਹਿ ਲਈਏ ਕਿ ਚੀਜ਼ਾਂ ਸੀਗੀਆਂ, ਉਹ ਗਾਇਬ ਮਿਲੀਆਂ। ਤੇ ਜਿਹੜੇ ਸੋਨੇ ਦੇ ਸਿੱਕੇ ਸੀਗੇ, ਉਹਨਾਂ ਦੀ ਥਾਂ ਤੇ ਤਾਂਬੇ ਦੇ ਸਿੱਕੇ, ਚਾਂਦੀ ਦੇ ਸਿੱਕੇ, ਇਸ ਕਿਸਮ ਦੇ ਗੁਲਾਬ ਲੱਗੀ ਸੋਨੇ ਦੀ ਛੜਾ, ਇਹ ਸਾਰੀਆਂ ਮਤਲਬ ਸੀਗੀਆਂ। ਯਾਨੀ ਕਿ ਜਿਹੜੇ ਸੋਨੇ ਦੇ ਸਿੱਕੇ ਸੀਗੇ ਉਹ ਤਾਂ ਗਾਇਬ ਹੀ ਕਰਤੇ। ਤੇ ਹੋਰ ਵੀ ਮਤਲਬ ਚੀਜ਼ਾਂ ਗਾਇਬ ਰਹੀਆਂ। ਉਸ ਤੋਂ ਬਾਅਦ 1000 ਕਰੋੜ ਦਾ ਜਿਹੜਾ ਖਜ਼ਾਨਾ ਉਹ ਗਾਇਬ ਹੋਇਆ। ਉਸ ਤੋਂ ਬਾਅਦ ਜੀ। ਲਗਾਤਾਰ ਮਤਲਬ ਗੱਲ ਚੱਲੀ ਹੈ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ, ਤੇ ਉਹਦੇ ਚ ਪੁਰੋਹਿਤਾਂ ਤੋਂ ਲੈ ਕੇ ਹੋਰ ਸੇਵਾਦਾਰਾਂ ਤੱਕ ਸਾਰਿਆਂ ਤੇ ਆਰੋਪ ਹੈਗੇ ਆ, ਤੇ ਸਾਰਿਆਂ ਨਾਲ ਪੁੱਛਗਿੱਛ ਚੱਲ ਰਹੀ ਹੈ। ਦੇਖੋ ਕਿੰਨੀ ਪਵਿੱਤਰਤਾ ਹੁੰਦੀ ਹੈ ਮੰਦਿਰ, ਉਹਦਾ ਵੀ ਸੋਨਾ, ਉਹਦਾ ਵੀ ਜਿਹੜਾ ਖਜ਼ਾਨਾ ਹੈ ਉਹ ਲੋਕ ਲੁੱਟ ਕੇ ਲੈ ਗਏ। ਤਾਂ ਠੀਕ ਹੈ, ਇੱਕ ਜੀ। ਆਪਾਂ ਨੂੰ ਇੱਕ ਰੂਪ ਉਹ ਤਾਂ ਦਿਖਦਾ ਹੈਗਾ ਕਿ ਲੋਕ ਉੱਥੇ ਜਾ ਕੇ ਚੜਾਉਂਦੇ ਨੇ, ਠੀਕ ਹੈ, ਮੰਦਿਰ ਦੀਆਂ ਗੋਲਕਾਂ 'ਚ ਪੈਸੇ ਪਾਉਂਦੇ ਨੇ, ਆਭੂਸ਼ਣ ਦਾਨ ਕਰਦੇ ਨੇ। ਪਰ ਇਹ ਜਿਹੜਾ ਪਹਿਲੂ, ਇਹ ਤਾਂ ਕਦੇ ਕਿਸੇ ਨੂੰ ਦਿਖਦਾ ਹੀ ਨਹੀਂ ਕਿ ਉੱਥੇ ਆਹ ਕੁਛ ਵੀ ਹੁੰਦਾ ਗਾ। ਜਿਹੜਾ ਖਜ਼ਾਨਾ ਜੀ। 1000 ਕਰੋੜ ਰੁਪਏ ਦਾ, ਮਤਲਬ ਘੱਟੋ ਘੱਟ 300-400 ਸਾਲ ਲੋਕਾਂ ਨੇ ਦਾਨ ਦਿੱਤਾ ਹੋਊਗਾ। ਉਦੋਂ ਇੰਨਾ ਸੋਨਾ, ਇੰਨਾ ਚਾਂਦੀ, ਇੰਨੀਆਂ ਜਿਹੜੇ ਰਤਨ ਸੀਗੇ ਉਹ ਇਕੱਠੇ ਹੋਏ ਹੋਣੇ, ਤੇ ਹੁਣ ਦੇਖੋ ਗਾਇਬ ਨੇ। ਹੁਣ ਕੀ ਕਰੀਏ? ਜੀ। ਸੋ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਮੱਕਾ ਤੋਂ ਮਦੀਨੇ ਦੇ ਵੱਲ ਜਾ ਰਹੇ 45 ਭਾਰਤੀ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਹੈ। ਇੱਕ ਬੱਸ ਦੇ ਵਿੱਚ ਸਵਾਰ ਸੀ ਤੇ ਦੁਪਹਿਰ ਦੇ ਸਮੇਂ ਖਬਰ ਆਉਂਦੀ ਹੈ। ਕੀ ਹੈ ਜੀ ਖਬਰ ਦਾ ਵਿਸਥਾਰ? ਹਾਂਜੀ, ਸਾਊਦੀ ਅਰਬ ਦੀ ਖਬਰ ਹੈ। ਇਹ ਬੇਸਿਕਲੀ ਮੱਕਾ ਮਦੀਨਾ ਹਾਈਵੇ ਤੇ ਹਾਦਸਾ ਹੋਇਆਗਾ। ਇੱਕ ਡੀਜ਼ਲ ਟੈਂਕਰ ਨਾਲ ਜਿਹੜੀ ਯਾਤਰੀਆਂ ਦੀ ਬੱਸ ਸੀਗੀ, ਟੂਰਿਸਟਾਂ ਦੀ ਬੱਸ ਸੀ, ਉਹ ਟਕਰਾ ਗਈ, ਤੇ ਉਹਦੇ 'ਚ ਇੰਡੀਆ ਤੋਂ ਲੋਕ ਸੀਗੇ। ਤਕਰੀਬਨ 45 ਜਾਣੇ ਦੱਸੇ ਜਾ ਰਹੇ ਨੇ, ਤੇ ਇਹਨਾਂ 'ਚ 18 ਮਹਿਲਾਵਾਂ, 17 ਜਿਹੜੇ ਸੀਗੇ ਪੁਰਸ਼ ਸੀਗੇ, ਤੇ 10 ਬੱਚੇ ਸ਼ਾਮਲ ਸਨ। ਈਵਨ ਸਿਰਫ ਜਿਹੜਾ ਪੂਰਾ ਹਾਦਸਾ ਹੋਇਆ ਹੈ ਉਹਦੇ 'ਚ ਸਿਰਫ ਇੱਕ ਜਾਣਾ ਜਿੰਦਾ ਬਚਿਆਗਾ, ਤੇ ਬਾਕੀ ਸਾਰੇ ਇਸ 'ਚ ਫੌਤ ਹੋ ਗਏ ਹੈਗੇ ਆ। ਸਾਰਿਆਂ ਦੀ ਮੌਤ ਹੋ ਚੁੱਕੀ ਹੈ। ਤੇ 54 ਲੋਕ ਹੈਦਰਾਬਾਦ ਤੋਂ ਸਾਊਦੀ ਅਰਬ ਗਏ ਸੀਗੇ, ਤੇ ਯਾਤਰਾ ਵਾਸਤੇ, ਹਜ ਵਾਸਤੇ, ਤੇ ਉਹਨਾਂ 'ਚ ਇਹ ਸਾਰਾ ਸਾਹਮਣੇ ਆਇਆ। ਮਤਲਬ 18 ਜਾਣੇ ਤਾਂ ਇੱਕੋ ਪਰਿਵਾਰ ਨਾਲ ਰਿਲੇਟਿਡ ਸੀ, ਬੂਆ, ਫੁੱਫਾ, ਮਾਮੇ, ਚਾਚੇ, ਤਾਏ, 18 ਜਾਣੇ ਤਾਂ ਇੱਕੋ ਪਰਿਵਾਰ ਦੇ ਸੀਗੇ। ਤੇ ਇੰਨੇ ਵੱਡਾ ਹਾਦਸਾ ਹੈਗਾ, ਬਹੁਤ ਦੁਖਦਾਈ ਖਬਰ ਹੈ। ਤੇ ਇਹ ਅੱਜ, ਹਾਂ, ਸਹੀ ਕਹਿ ਰਹੇ ਹੋ ਤੁਸੀਂ ਕਿ ਅੱਜ ਖਬਰ ਆਈ ਹੈ। ਤੇ ਹੁਣ ਜਿਹੜੇ ਨਰਿੰਦਰ ਮੋਦੀ ਹੈ, ਭਾਰਤ ਦੇ ਪ੍ਰਧਾਨ ਮੰਤਰੀ, ਉਹਨਾਂ ਨੇ ਵੀ ਟਵੀਟ ਕੀਤਾ ਹੈ। ਤੇ ਹੋਰ ਵੀ ਮਤਲਬ ਜਿਹੜੇ ਆਪਾਂ ਕਹਿ ਲਈਏ ਕਿ ਕੇਂਦਰ ਦੇ ਹਕੂਮਤ ਦੇ ਜਿਹੜੇ ਲੋਕ ਨੇ, ਉਹਨਾਂ ਨੇ ਵੀ ਇਸ ਤੇ ਐਸ ਜੈਸੰਕਰ ਨੇ, ਜਿਵੇਂ ਵਿਦੇਸ਼ ਮੰਤਰੀ, ਉਹਨਾਂ ਨੇ ਵੀ ਟਵੀਟ ਕੀਤਾ ਹੈ। ਤਾਂ ਮਤਲਬ ਦੇਖਦੇ ਹਾਂ ਕਿ ਅੱਗੇ ਕੀ ਇਹਦੇ 'ਚ ਨਿਕਲ ਕੇ ਆਉਂਦਾ ਵਾ। ਜੀ। ਸੋ ਜੇਕਰ ਅਗਲੀ ਗੱਲ ਆਪਾਂ ਬਿਹਾਰ ਦੀ ਕਰੀਏ, ਬਿਹਾਰ ਦੇ ਰਿਜ਼ਲਟਾਂ ਨੇ ਤਾਂ ਸਭ ਨੂੰ ਹੈਰਾਨ ਕੀਤਾ ਹੀ ਸੀ, ਤੇ ਹੁਣ 20 ਤਰੀਕ ਨੂੰ, 20 ਨਵੰਬਰ ਨੂੰ ਦਿਨ ਰੱਖ ਲਿਆ ਗਿਆ ਹੈ, ਜਿਸ ਦਿਨ ਨਵੀਂ ਸਰਕਾਰ ਦਾ ਕਹਿ ਲਈਏ ਵੀ ਸਹੁੰ ਚੁੱਕ ਸਮਾਗਮ ਹੋਣਾ ਹੈ, ਤੇ 19 ਨੂੰ ਪੁਰਾਣੀ ਵਿਧਾਨ ਸਭਾ ਭੰਗ ਹੋਣੀ ਹੈ। ਰਾਜਪਾਲ ਸਾਹਿਬ ਨੂੰ ਕਹਿੰਦੇ ਮਿਲ ਵੀ ਲਿਆ ਹੈ। ਤੇ ਕਿਵੇਂ ਜੋੜ ਤੋੜ ਬਿਠਾਏ ਜਾਣਗੇ ਜੀ ਮੰਤਰੀ ਮੰਡਲਾਂ ਦੀ, ਜਿਹੜੀ ਆਪਸ ਦੇ ਵਿੱਚ ਦਲ ਵੰਡ ਵਡਈਆਂ ਕਰਨਗੇ, ਉਹਦੀ ਕੋਈ ਹੈ ਜੀ ਰੂਪ ਰੇਖਾ ਪਹਿਲਾਂ ਤਿਆਰ, ਜਾਂ ਫਿਰ ਇਸ ਗੱਲ ਨੂੰ ਲੈ ਕੇ ਰੋਲ ਘਚੋਲਾ ਵੀ ਪੈ ਸਕਦਾ? ਦੇਖੋ, ਹਜੇ ਤੱਕ ਮੈਨੂੰ ਜਿੰਨੀ ਜਾਣਕਾਰੀ ਮਿਲ ਰਹੀ ਹੈ, ਕਿਉਂਕਿ ਜਿਹੜੇ ਬਿਹਾਰ ਦੇ ਗਵਰਨਰ ਨੇ ਆਰਿਫ ਮੁਹੰਮਦ ਖਾਨ, ਉਹਨਾਂ ਦੇ ਨਾਲ ਸਾਡੇ ਵੀ ਸੰਪਰਕ ਨੇ, ਤੇ ਉਹਨਾਂ ਵੱਲੋਂ ਤਾਂ ਇਹ ਕਿਹਾ ਗਿਆ ਹੈਗਾ ਕਿ ਹਾਂ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਆ ਰਹੀ ਹੈ, ਮਤਲਬ ਗਵਰਨਰ ਹਾਊਸ ਤੋਂ, ਉਹ ਇਹ ਆ ਰਹੀ ਹੈ ਕਿ ਹਾਂ, ਨਿਤੀਸ਼ ਕੁਮਾਰ ਹੀ ਸ਼ਪਥ ਲੈਣਗੇ। ਉਹਦੇ 'ਚ ਇਹਨਾਂ ਨੇ ਕਿਹਾ ਗਾ ਕਿ 19 ਨਵੰਬਰ ਨੂੰ, ਯਾਨੀ ਕਿ ਪਰਸੋਂ, ਇਹ ਜਿਹੜੀ ਬਿਹਾਰ ਦੀ ਇਸ ਟਾਈਮ ਮੌਕੇ ਦੀ ਜਿਹੜੀ ਸਰਕਾਰ ਚੱਲ ਰਹੀ ਹੈ, ਉਹ ਭੰਗ ਹੋਣੀ ਹੈਗੀ ਆ। ਨਵੀਂ ਨੇ ਸਹੁੰ ਚੁੱਕਣੀ ਹੈਗੀ ਆ, ਤੇ ਇਹ ਮੀਟਿੰਗ ਹੋ ਜਾਊਗੀ। ਕੱਲ ਜਿਹੜੀ ਹੈਗੀ ਆ, ਉਹ ਐਨਡੀਏ ਦੇ ਸਾਰੇ ਵਿਧਾਇਕਾਂ ਦੀ ਬੈਠਕ ਹੋਣੀ ਹੈਗੀ ਆ। ਉਹਦੇ 'ਚ ਇਹ ਡਿਸਾਈਡ ਹੋ ਜਾਊਗਾ ਕਿ ਕਿਹੜੀ ਪਾਰਟੀ ਦੇ ਕਿੰਨੇ ਮੰਤਰੀ ਵਗੈਰਾ ਬਣਨਗੇ। ਹਾਂ, ਮੁੱਖ ਮੰਤਰੀ ਦਾ ਪਦ ਉੱਥੇ ਖਾਲੀ ਨਹੀਂ ਹੈ, ਇਹ ਤਾਂ ਕਲੀਅਰ ਹੋ ਗਿਆ ਹੈਗਾ। ਮੁੱਖ ਮੰਤਰੀ
ਵਾਸਤੇ ਨਿਤੀਸ਼ ਕੁਮਾਰ ਦਾ ਨਾਂ ਹੀ ਅੱਗੇ ਚੱਲ ਰਿਹਾ ਗਾ। ਇੱਕ ਗੱਲ ਪਿੱਛੇ ਬੀਜੇਪੀ ਵੱਲੋਂ ਪੁਸ਼ ਕੀਤੀ ਗਈ ਸੀ ਮੀਡੀਆ ਵਾਲਿਆਂ 'ਚ ਕਿ 2.5 ਸਾਲ ਦਾ ਵੀ ਰੱਖ ਸਕਦੇ ਨੇ, 2.5 ਸਾਲ ਪਹਿਲੇ 2.5 ਸਾਲ ਨਿਤੀਸ਼ ਕੁਮਾਰ ਰਹਿ ਲੈਣ, 2.5 ਸਾਲ ਬਾਅਦ ਸਾਡਾ ਕੋਈ ਬੀਜੇਪੀ ਦਾ ਰਹਿ ਲਵੇ, ਤੇ ਉਹਦੇ ਤੇ ਕੋਈ ਸਹਿਮਤੀ ਬਣਦੀ ਦਿਖੀ ਨਹੀਂ। ਤਾਂ ਮਤਲਬ ਇਹ ਅਜੇ ਤੱਕ ਦਾ ਅਪਡੇਟ ਇਹ ਹੈ ਕਿ ਨਿਤੀਸ਼ ਕੁਮਾਰ ਹੀ ਸ਼ਾਇਦ ਪੂਰੇ 5 ਸਾਲ ਪੂਰੇ ਕਰਨ। ਤਾਂ ਬਾਕੀ ਉਹਨਾਂ ਦੀ ਹੈਲਥ ਨੂੰ ਲੈ ਕੇ ਵੀ ਚੀਜ਼ਾਂ ਲਗਾਤਾਰ ਚੱਲਦੀਆਂ ਹੀ ਨੇ। ਉਹਦੇ 'ਚ ਮੈਂ ਵੀ ਮਤਲਬ ਬਹੁਤ ਉਹਦੇ 'ਚ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ 'ਚ ਜੀ ਜਿਹੜਾ ਨਿਤੀਸ਼ ਕੁਮਾਰ ਦਾ ਖੇਮਾ ਹੈ ਉਹ ਤਾਂ ਇਹ ਕਹਿੰਦਾ ਗਾ ਕਿ ਉਹ ਪਰਫੈਕਟਲੀ ਹੈਲਦੀ ਨੇ, ਕੋਈ ਦਿੱਕਤ ਨਹੀਂ ਉਹਨਾਂ ਦੀ। ਠੀਕ ਹੈ ਕਿ ਇੱਕ ਅੱਧੀ ਹਰਕਤਾਂ ਤੁਹਾਨੂੰ ਸਟੇਜਾਂ 'ਚ ਦੇਖਣ ਨੂੰ ਮਿਲ ਜਾਂਦੀਆਂ ਨੇ, ਮੀਡੀਆ ਉਹਨਾਂ ਨੂੰ ਵੱਡਾ ਕਰਕੇ ਦਿਖਾ ਦਿੰਦਾ ਗਾ, ਜਿਹੜੇ ਆਪੋਜੀਸ਼ਨ ਪਾਰਟੀ ਵਾਲੇ ਹੈਗੇ ਆ ਉਹ ਵੀ ਉਹਨੂੰ ਬਹੁਤ ਵੱਡਾ ਬਣਾ ਦਿੰਦੇ ਨੇ। ਉਦਾਂ ਉਹ ਬਿਲਕੁਲ ਫਿੱਟ ਹੈਗੇ ਆ। ਹਾਂ, ਇਹ ਜ਼ਰੂਰ ਹੈ ਕਿ ਸ਼ਾਇਦ ਇਹ ਜਿਹੜਾ 5 ਸਾਲਾ ਹੈਗਾ ਇਸ ਤੋਂ ਬਾਅਦ ਉਹ ਫਿੱਟ ਨਾ ਰਹਿਣ, ਪਰ ਇਹ 5 ਸਾਲ ਤਾਂ ਉਹ ਪੂਰੇ ਕਰਨਗੇ। ਇਹ ਗੱਲ ਉਹਨਾਂ ਦੀ ਨਿਤੀਸ਼ ਕੁਮਾਰ ਦੀ ਟੀਮ ਨਾਲ ਮੇਰੀ ਗੱਲ ਹੋ ਰਹੀ ਸੀ, ਉਦੋਂ ਇਹ ਗੱਲ ਨਿਕਲ ਕੇ ਆਈ। ਜੀ। ਸੋ ਅੱਗੇ ਜੇਕਰ ਆਪਾਂ ਇਸ ਤੋਂ ਵਧੀਏ ਤਾਂ ਹਰਿਆਣੇ ਦੇ ਵਿੱਚ ਅੱਜ ਫਰੀਦਾਬਾਦ ਦੇ ਅੰਦਰ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਸੀ, ਬੈਠਕ ਸੀ। ਉਸ ਦੇ ਵਿੱਚ 6 ਮੁੱਖ ਮੰਤਰੀਆਂ ਦੇ ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚਰਚਾ ਕੀਤੀ ਹੈ। ਆਮ ਤੌਰ ਤੇ ਤਾਂ ਇਹੀ ਮੰਨਿਆ ਜਾਂਦਾ ਹੈ ਕਿ ਪੁਰਾਣੀਆਂ ਮੀਟਿੰਗਾਂ ਦੇ ਜਿਹੜੇ ਏਜੰਡੇ ਹੁੰਦੇ ਨੇ ਉਹ ਰੈਫਰ ਹੋ ਕੇ ਅੱਗੇ ਤੁਰਦੇ ਰਹਿੰਦੇ ਨੇ, ਵੀ ਅਗਲੀ ਮੀਟਿੰਗ 'ਚ ਚਰਚਾ ਕਰਾਂਗੇ, ਅਗਲੀ 'ਚ ਚਰਚਾ ਕਰਾਂਗੇ, ਕੁਝ ਨਵਾਂ ਇਸ ਦੇ ਵਿੱਚ ਨਹੀਂ ਹੁੰਦਾ। ਪਰ ਸੁਭਾਵਿਕ ਹੈ ਜੇ ਇਸ ਸਮੇਂ ਦੇ ਵਿੱਚੋਂ ਦੇਸ਼ ਲੰਘ ਰਿਹਾ ਹੈ ਦਿੱਲੀ ਵਾਲੇ ਵੱਡੇ ਬਲਾਸਟ ਤੋਂ ਬਾਅਦ, ਤਾਂ ਗੱਲ ਇਸ ਤੇ ਵੀ ਹੋਈ ਹੋਊਗੀ ਕਿ ਹੋਰ ਜਿਹੜੇ ਵੱਖ-ਵੱਖ ਸਟੇਟਾਂ ਦੇ ਅਹਿਮ ਮੁੱਦੇ ਨੇ, ਜਿੱਦਾਂ ਪੰਜਾਬ ਦਾ ਹੁਣ ਲੇਟੈਸਟ ਪੀਯੂ ਦਾ ਮੁੱਦਾ, ਉਸ ਤੋਂ ਪਹਿਲਾਂ ਪਾਣੀਆਂ ਦੇ ਮੁੱਦੇ, ਬੀਬੀਐਮਬੀ ਦਾ ਮੁੱਦਾ, ਚੰਡੀਗੜ੍ਹ ਦਾ ਮੁੱਦਾ, ਇਹ ਸਾਰੇ ਮੁੱਦਿਆਂ ਚੋਂ ਕਿਸੇ ਮੁੱਦੇ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਚੰਗੇ ਤਰੀਕੇ ਨਾਲ ਇੱਕ ਵਾਰ ਟਿਕਾ ਕੇ ਅੱਗੇ ਪ੍ਰੈਜ਼ੈਂਟ ਕੀਤਾ ਹੈ ਜਾਂ ਨਹੀਂ ਜੀ? ਹਾਂਜੀ, ਇਹ ਅੱਜ ਮਤਲਬ ਮੀਟਿੰਗ ਹੋਈ ਹੈ। 6 ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ, ਗਵਰਨਰ ਵੀ ਮੌਜੂਦ ਸਨ, ਪੰਜਾਬ, ਹਰਿਆਣੇ ਦੇ, ਦਿੱਲੀ, ਜੰਮੂ ਕਸ਼ਮੀਰ, ਲੱਦਾਖ, ਇਹ ਜਿਹੜੇ ਆਪਾਂ ਕਹਿ ਲਈਏ ਕਿ ਇਹਨਾਂ ਦੇ ਗਵਰਨਰ ਮੌਜੂਦ ਸਨ। ਤੇ ਇਹਦੇ 'ਚ ਤਾਂ ਇਹ ਨਿਕਲ ਕੇ ਆਇਆ ਕਿ ਬੀਜੇਪੀ ਇਹਨੂੰ ਕਹਿ ਰਹੀ ਹੈ ਕਿ ਅਸੀਂ ਤਾਂ 2047 ਦਾ ਵਿਜ਼ਨ ਰੱਖ ਕੇ ਇਹ ਮੀਟਿੰਗ ਕੀਤੀ ਗਈ ਹੈ। 32ਵੀਂ ਇਹ ਕਾਉਂਸਲ ਸੀ। ਇਹਦੇ 'ਚ SYL ਦੇ ਪਾਣੀ ਨੂੰ ਲੈ ਕੇ ਨੋ ਡਾਊਟ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਕੁਛ ਨਾ ਕੁਛ ਤਾਂ ਕੀਤਾ ਹੀ ਹੋਊਗਾ। ਤੇ ਇਹ ਵੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਇਸ਼ੂ ਤੁਸੀਂ ਸਹੀ ਕਹਿ ਰਹੇ ਹੋ ਚੱਲ ਰਿਹਾ ਗਾ। ਹਿਮਾਚਲ ਦੇ CM ਦੀ ਤਾਂ ਗੱਲ ਨਿਕਲ ਕੇ ਆਈ, ਕਿਉਂਕਿ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਪਹਿਲਾਂ ਵੀ ਲਾਊਡ ਹੈਗੇ ਆ ਕਿ ਲਗਾਤਾਰ ਹਿਮਾਚਲ 'ਚ ਹਰ ਮਾਨਸੂਨ 'ਚ ਵੱਡਾ ਨੁਕਸਾਨ ਹੋ ਰਿਹਾ ਗਾ, ਪਰ ਉਹਨਾਂ ਨੂੰ ਉਨੀ ਮਦਦ ਨਹੀਂ ਪਹੁੰਚਾਈ ਜਾ ਰਹੀ। ਮਤਲਬ ਜੈਨੂਇਨਲੀ ਮੈਂ ਇਹ ਮੰਨਦਾ ਗਾ ਕਿ ਹਿਮਾਚਲ 'ਚ ਆਪਣੇ ਨਾਰਥ ਜ਼ੋਨ 'ਚ ਸਭ ਤੋਂ ਵੱਧ ਜਿਹੜਾ ਨੁਕਸਾਨ ਹੁੰਦਾ ਗਾ ਕੁਦਰਤੀ ਆਪਦਾਵਾਂ ਦਾ, ਉਹ ਹਿਮਾਚਲ ਪ੍ਰਦੇਸ਼ 'ਚ ਹੋ ਰਿਹਾ ਗਾ। ਤੇ ਹਿਮਾਚਲ ਪ੍ਰਦੇਸ਼ ਨੂੰ ਉਨੀ ਮਦਦ ਨਹੀਂ ਮਿਲ ਰਹੀ। ਉਹਨਾਂ ਦੀ ਸਾਰੀ ਗੱਲ ਤਾਂ ਹੋ ਹੀ ਰਹੀ ਹੈ। ਰਾਜਸਥਾਨ, ਹਰਿਆਣੇ 'ਚ ਬੀਜੇਪੀ ਦੀ ਸਰਕਾਰ ਹੈ, ਤਾਂ ਆਪਾਂ ਨੂੰ ਪਤਾ ਕਿ ਉੱਥੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਤਾਂ ਕੀ ਕੋਈ ਗੱਲ ਥੋੜੀ ਨਾ ਰੱਖੀ ਹੋਊਗੀ। ਉਹਨਾਂ ਤਾਂ ਅਮਿਤ ਸ਼ਾਹ ਦੇ ਪਾਣੀ ਮਾਰਿਆ ਹੋਊਗਾ, ਮਤਲਬ ਚਮਚਾਗਿਰੀ ਕੀਤੀ ਹੋਊਗੀ ਭਜਨ ਲਾਲ ਅਤੇ ਨਾਇਬ ਸੈਣੀ ਨੇ। ਇੰਨੇ ਫਾਨੇ ਮੈਨੂੰ ਲੱਗਦਾ ਗਾ ਕਿ ਭਗਵੰਤ ਮਾਨ ਨੇ ਵੀ ਨਹੀਂ ਫਸਾਏ ਹੋਣਗੇ, ਜਿੰਨਾ ਮੈਨੂੰ ਖਬਰਾਂ ਆ ਰਹੀਆਂ ਨੇ। ਹਾਂ, ਹਿਮਾਚਲ ਪ੍ਰਦੇਸ਼ ਦੇ CM ਨੇ ਰੱਖੀਆਂ ਹੈਗੀਆਂ। ਉਮਰ ਅਬਦੁੱਲੇ ਦਾ ਵੀ ਹਜੇ ਕੋਈ ਕਲੀਅਰ ਨਿਕਲ ਕੇ ਨਹੀਂ ਆਇਆ ਹੈਗਾ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਉਮਰ ਅਬਦੁੱਲਾ, ਉਹਨਾਂ ਨੇ ਕੀ ਗੱਲ ਰੱਖੀ ਹੈ। ਬਾਕੀ ਗਵਰਨਰਾਂ ਦਾ ਤਾਂ ਤੁਹਾਨੂੰ ਪਤਾ ਹੀ, ਉਹਨਾਂ ਨੇ ਤਾਂ ਕੋਈ ਗੱਲ ਰੱਖਣੀ ਨਹੀਂ ਹੁੰਦੀ। ਓਦਾਂ ਵੀ ਉਹ ਇਲੈਕਟਿਡ ਬੰਦੇ ਤਾਂ ਹੁੰਦੇ ਨਹੀਂ ਲੋਕਾਂ ਨਾਲ। ਜੀ ਤਾਂ ਇਹ ਹੈ ਲੱਦਾਖ। ਇਹ ਮੇਰੇ ਵਾਸਤੇ ਇਸ ਪੂਰੀ ਮੀਟਿੰਗ 'ਚ ਸਭ ਤੋਂ ਇੰਟਰਸਟਿੰਗ ਜਾਣਨਾ ਇਹ ਰਹੂਗਾ ਕਿ ਕੀ ਲੱਦਾਖ ਦਾ ਸਟੇਟਹੁੱਡ ਲੱਦਾਖ ਨੂੰ ਮਿਲੂਗਾ, ਕੀ ਜੰਮੂ ਕਸ਼ਮੀਰ ਦਾ ਜਿਹੜਾ ਸਟੇਟਹੁੱਡ ਹੈ ਉਹ ਵਾਪਸ ਮਿਲੂਗਾ ਜਿਵੇਂ ਕਸ਼ਮੀਰ ਦਾ। ਦੋਵੇਂ ਜਾਣਿਆਂ ਦਾ ਇਸ਼ੂ ਹੈ। ਈਵਨ ਲੱਦਾਖ 'ਚ ਤਾਂ ਰੀਸੈਂਟਲੀ ਅੰਦੋਲਨ ਸੀਗਾ, ਉਹਦੇ 'ਚ ਜਿਹੜੇ ਸੋਨਮ ਵਾਂਗਚੁਕ ਦੀ ਗ੍ਰਿਫਤਾਰੀ ਵੀ ਹੈ, ਹੋਰ ਵੀ ਕਈ ਸਾਰੀਆਂ ਚੀਜ਼ਾਂ ਨੇ। ਤਾਂ ਜੀ ਇਹ ਹੈਗਾ। ਬਾਕੀ ਮਤਲਬ ਇਹਨੂੰ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਕਿਹਾ ਜਾਂਦਾ ਗਾ। ਇੰਟਰਨਲ ਸਿਕਿਉਰਿਟੀ ਨੂੰ ਲੈ ਕੇ ਚਰਚਾਵਾਂ, ਇਹ ਸਾਰੇ। ਉਹ ਤਾਂ ਪੰਜਾਬ ਨੂੰ ਤਾਂ ਉਹਦਾ ਖਾਮਿਆਜ਼ਾ ਵੀ ਭੁਗਤਣਾ ਪਿਆਗਾ। ਉਹਦਾ ਵੀ ਆਪਾਂ ਨੂੰ ਪਤਾ 50 ਕਿਲੋਮੀਟਰ ਤੱਕ BSF ਦਾ ਏਰੀਆ ਮਾਰਕ ਕੀਤਾ ਗਿਆ ਹੈਗਾ। ਉਹ ਬਹੁਤ ਸਾਰੀਆਂ ਚੀਜ਼ਾਂ ਨੇ ਇਹਦੇ 'ਚ। ਹਾਲਾਂਕਿ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਬੋਮ ਬਲਾਸਟ ਹੋਇਆ ਹੈ, ਉਸ ਨੂੰ ਲੈ ਕੇ ਵੀ ਚੀਜ਼ਾਂ ਗੱਲਾਂ ਆਉਣਗੀਆਂ, ਕਿਉਂਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੀ ਇਹਦੇ 'ਚ ਸ਼ਾਮਿਲ ਹੈਗੇ ਆ। ਤੇ ਇਹ ਕੁਛ ਮਤਲਬ ਚੀਜ਼ਾਂ ਨੇ। ਨੋ ਡਾਊਟ ਇਹ 3 ਦਿਨ ਦਾ ਮਸਲਾ ਹੈਗਾ, ਤੇ ਸਿਰਫ ਮੁੱਖ ਮੰਤਰੀਆਂ ਦੀ ਗੱਲ ਨਹੀਂ ਹੈ। ਇਹਦੇ 'ਚ ਬਹੁਤ ਸਾਰੇ ਸੀਨੀਅਰ ਬਿਊਰੋਕਰੇਟ ਵੀ ਸ਼ਾਮਿਲ ਹੁੰਦੇ ਨੇ। ਇੱਕ ਵੱਡੀ ਮੀਟਿੰਗ ਹੁੰਦੀ ਹੈ, ਅੱਡ ਡਿਪਾਰਟਮੈਂਟ ਕ੍ਰੋਸ ਬਾਰਡਰ ਚੀਜ਼ਾਂ ਤਲਾਸ਼ੀਆਂ ਜਾਂਦੀਆਂ ਨੇ ਕਿ ਕਿਹੜੀਆਂ ਚੀਜ਼ਾਂ ਸਾਂਝੀਆਂ ਨੇ, ਕਿਹੜੀਆਂ ਚੀਜ਼ਾਂ ਤੇ ਕਿਵੇਂ ਰਿਐਕਟ ਕਰਨਾ। ਬਹੁਤ ਮਤਲਬ ਵਾਸਟ ਹੈਗੀ ਆ। ਤੇ ਜਦੋਂ ਇਹ ਜੀ ਕੰਕਲੂਡ ਹੋਊਗੀ, ਉਦੋਂ ਹੀ ਆਪਾਂ ਨੂੰ ਮਤਲਬ ਮਾੜਾ ਮੋਟਾ ਹਿਸਾਬ ਲੱਗ ਪਾਊਗਾ ਕਿ ਕਿਸ ਕਿਸਮ ਦੀਆਂ ਗੱਲਾਂ ਇਸ ਮੀਟਿੰਗ 'ਚ ਹੋਈਆਂ ਨੇ।
ਜੀ, ਜੇ ਵੈਸੇ ਵੀ ਕੋਈ ਫੜ ਮਾਰੂਗਾ ਤੇ ਅਗਲੇ ਝੱਟ ਦੇਣੀ ਪ੍ਰੈਸ ਰਿਲੀਜ਼ ਕੱਢ ਦਿੰਦੇ ਨੇ ਤੇ ਉਹਦੇ 'ਚ ਸਾਰਾ ਹਾਂ ਕੁਝ ਹਾਂ ਸਾਫ਼ ਹੋ ਜਾਂਦਾ ਵੀ ਭਾਈ ਕਿਹਨੇ ਸਾਡੇ ਹਾਂ ਅੱਗੇ ਆ ਕੇ ਸਿਰ ਚੱਕਿਆ ਸੀ ਤੇ ਕਿਹਨੇ ਸਿਰਫ ਜੀ ਕਰਕੇ ਹੀ ਸਾਰਿਆ ਹੈ। ਅੱਗੇ ਹਾਂ ਚੱਲਦੇ ਹਾਂ ਤੇ ਅਗਲੀ ਗੱਲ ਕਰੀਏ ਤਾਂ ਐਨਸੀਆਰ ਦੇ ਪੋਲਿਊਸ਼ਨ ਦਾ ਜਰਾ ਹਾਲ ਸੁਣਾਇਓ ਜੀ। ਕਹਿੰਦੇ ਇੱਕ ਵਰਲਡ ਕੱਪ ਹੋਣਾ ਸੀ ਤੇ ਉਹ ਤਾਂ ਪੁੱਠਾ ਹੀ ਪੈ ਗਿਆ। ਐਨਸੀਆਰ ਦੇ ਪੋਲੂਸ਼ਨ ਦੇ ਬਹੁਤ ਮਾੜੇ ਹਾਲ ਨੇ ਉੱਥੇ। ਹਵਾ ਹੁਣ ਵੀ ਬਹੁਤ ਗੰਭੀਰ ਤੌਰ ਤੇ ਖਤਰਨਾਕ ਬਣੀ ਹੋਈ ਹੈ। ਲਗਾਤਾਰ AQI ਉੱਥੇ 400 ਤੋਂ ਵੱਧ ਹੀ ਚੱਲ ਰਿਹਾ ਹੈਗਾ। ਤੇ ਇਹ ਤਾਂ ਉਦੋਂ ਹੋ ਰਿਹਾ ਗਾ ਜਦੋਂ ਕੋਈ ਪਰਾਲੀ ਦਾ ਸੀਜ਼ਨ ਵੀ ਨਹੀਂ ਹੈ ਤੇ ਪਰਾਲੀ ਦੀ ਜਲਾਉਣ ਦੀਆਂ ਘਟਨਾਵਾਂ ਵੀ ਇਸ ਵਾਰ ਬਹੁਤ ਜ਼ਿਆਦਾ ਘੱਟ ਹੈਗੀਆਂ। ਪਿਛਲੇ ਸਾਲ 29,000 ਸੀਗੀਆਂ ਤੇ ਇਸ ਵਾਰ ਸਿਰਫ 4,000 ਘਟਨਾਵਾਂ ਦਰਜ ਕੀਤੀਆਂ ਗਈਆਂ ਹੈਗੀਆਂ ਪੂਰੇ ਹਰਿਆਣੇ ਪੰਜਾਬ 'ਚ। ਪਰ ਫਿਰ ਵੀ ਜਿਹੜਾ ਪੋਲੂਸ਼ਨ ਉਹ ਲਗਾਤਾਰ ਉੱਥੇ ਤੰਗ ਕਰ ਰਿਹਾ ਹੈਗਾ। ਬਾਕਸਿੰਗ ਦਾ ਵਰਲਡ ਕੱਪ ਹੋਣਾ ਸੀਗਾ, ਉਹਦੇ 'ਚ ਮਹਿਲਾਵਾਂ ਦੀ ਕੈਟਾਗਰੀ 'ਚ 10 ਵੇਟਾਂ 'ਚ 6 ਏਦਾਂ ਦੇ ਵੇਟ ਰਹਿ ਗਏ ਹੈਗੇ ਜਿਹਦੇ 'ਚ ਬਾਕਸਰ ਹੀ ਪੂਰੇ ਨਹੀਂ ਪਹੁੰਚੇ। ਤੇ ਉਹਦਾ ਮਤਲਬ ਤੁਸੀਂ ਸੋਚ ਕੇ ਦੇਖੋ ਕਿ ਕਿੰਨਾ ਵੱਡਾ ਇਸ਼ੂ ਹੈ ਦਿੱਲੀ NCR ਦਾ ਕਿ ਇੰਟਰਨੈਸ਼ਨਲ ਪਲੇਅਰਸ ਹੈਗੇ ਆ ਉਹ ਵੀ ਇਹ ਦੇਖ ਰਹੇ ਨੇ, ਜਦਕਿ ਉਹਨਾਂ ਦਾ ਵਰਲਡ ਕੱਪ ਬਹੁਤ ਵੱਡਾ ਆਪਾਂ ਕਹਿ ਲਈਏ ਕਿ ਇਵੈਂਟ ਹੁੰਦਾ ਗਾ। ਉਹਦੇ 'ਚ ਉਹ ਦੇਖ ਰਹੇ ਨੇ ਕਿ ਕੀ ਉੱਥੇ ਦਿੱਲੀ 'ਚ ਜਾਣਾ, ਉੱਥੇ ਖੇਡਣਾ, ਉੱਥੇ ਰਹਿਣਾ 10-15 ਦਿਨ ਸਾਡੇ ਵਾਸਤੇ ਨੁਕਸਾਨਦਾਇਕ ਹੈ ਜਾਂ ਫਿਰ ਫਾਇਦੇਮੰਦ ਹੈ। ਤੇ ਉਹ ਚੁਣ ਰਹੇ ਨੇ ਕਿ ਅਸੀਂ ਇੱਥੇ ਨਹੀਂ ਆਉਂਦੇ। ਤਾਂ ਮਤਲਬ ਇਹਦੇ ਕਰਕੇ ਨੋ ਡਾਊਟ ਇੰਡੀਆ ਦੀ ਬਾਕਸਿੰਗ ਦਾ ਵੀ ਨੁਕਸਾਨ ਹੋ ਰਿਹਾ ਗਾ ਤੇ ਬਾਕਸਿੰਗ ਦਾ ਵੀ ਹੋਊਗਾ। ਤੇ ਦੂਜਾ ਇਹਦੇ 'ਚ ਇਹ ਵੀ ਨਿਕਲ ਕੇ ਆ ਰਿਹਾ ਗਾ ਕਿ ਇੱਕ ਗਵਰਨਮੈਂਟ ਦੀ ਪਾਲਿਸੀ ਵੀ ਹੁੰਦੀ ਹੈ, ਉਹਦੇ 'ਚ ਇਹ ਹੁੰਦਾ ਗਾ ਕਿ ਜੇ 6 ਪਲੇਅਰਸ ਤੋਂ ਘੱਟ ਜੇ ਪਲੇਅਰਸ ਹੁੰਦੇ ਹੈਗੇ ਆ ਉਹਦੇ 'ਚ ਕੈਸ਼ ਅਵਾਰਡ ਨਹੀਂ ਮਿਲਦੇ ਉਹਨਾਂ ਪਲੇਅਰਾਂ ਨੂੰ। ਤਾਂ ਮਤਲਬ ਜੀ। ਜਿਹੜੇ ਇੰਡੀਆ ਦੇ ਪਲੇਅਰਸ ਵਿਚਾਰੇ ਪ੍ਰੈਕਟਿਸ ਵਗੈਰਾ ਕਰ ਰਹੇ ਸੀਗੇ ਉਹਨਾਂ ਨੂੰ ਵੀ ਅਵਾਰਡਾਂ ਤੋਂ ਤਾਂ ਉਹ ਵੀ ਵਾਂਝੇ ਰਹਿ ਜਾਣਗੇ। ਜੀ। ਸੋ ਜੇਕਰ ਆਪਾਂ ਅਗਲੀ ਇਸ ਤੋਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਭਰੇ ਬਾਜ਼ਾਰ ਦੇ ਵਿੱਚ 40 ਰਾਉਂਡ ਫਾਇਰ ਹੋਏ ਨੇ ਇੱਕ ਸਕਾਰਪੀਓ ਦੇ ਉੱਪਰ, ਜਿਸ 'ਚ 5 ਨੌਜਵਾਨ ਮੌਜੂਦ ਸੀ। ਹਾਂ, ਇਹ ਨਵਾਂ ਸ਼ਹਿਰ ਦੀ ਗੱਲ ਹੈ ਜੀ। ਉੱਥੇ ਆਮਣੇ ਸਾਹਮਣੇ ਮਤਲਬ ਬੰਗਾ ਦੀ ਹਾਂ ਬੰਗਾ ਸਿਟੀ। ਬੰਗੇ ਦੀ ਬਿਲਕੁਲ ਬਿਲਕੁਲ। ਤੇ ਜੀ। ਇਹਦੇ 'ਚ ਸਕੋਰਪੀਓ 'ਚ 5 ਨੌਜਵਾਨ ਸੀਗੇ। ਉਹਨਾਂ ਤੇ ਆ ਕੇ ਕਾਈ 20 ਕਾਰ 'ਚ ਜਿਹੜੇ ਨੌਜਵਾਨ ਸੀ ਉਹਨਾਂ ਨੇ ਫਾਇਰਿੰਗ ਕੀਤੀ। 35-40 ਰਾਉਂਡ ਫਾਇਰਿੰਗ ਹੋਈ ਹੈ ਇਹਦੇ 'ਚ। ਤੇ ਡੈਥ ਦੀ ਤਾਂ ਕਿਸੇ ਦੀ ਖਬਰ ਨਹੀਂ ਹੈ। ਉਹਨਾਂ ਨੂੰ ਲੁਧਿਆਣਾ DMC 'ਚ ਭਰਤੀ ਕਰਾਇਆ ਗਿਆ ਹੈਗਾ। ਤੇ ਬਹੁਤ ਖਤਰਨਾਕ ਘਟਨਾਕ੍ਰਮ ਸੀ। CCTV ਕੈਮਰੇ ਵਗੈਰਾ ਉਹ ਵੀ ਚੈੱਕ ਕੀਤੇ ਜਾ ਰਹੇ ਨੇ। ਪੁਲਿਸ ਇਹਦੇ 'ਚ ਦੇਖ ਰਹੀ ਹੈ। ਜਿਹੜੀ ਸਕੋਰਪੀਓ ਸੀਗੀ ਉਹ ਤਾਂ ਜਮਾ ਛਲਣੀ ਕਰਤੀ ਇਹਨਾਂ ਨੇ I-20 ਵਾਲਿਆਂ ਨੇ। ਤੇ ਬਹੁਤ ਦਹਿਸ਼ਤ ਵਾਲਾ ਜਿਹੜਾ ਸੀਗਾ ਉੱਥੇ ਬੰਗਾ ਦੇ ਬੱਸ ਸਟੈਂਡ ਦੇ ਕੋਲ ਹੋਇਆਗਾ। ਤੇ ਕਾਫੀ ਮਤਲਬ ਉਹ ਜਿਹੜਾ ਦੁਆਬੇ ਦਾ ਏਰੀਆ ਹੈਗਾ ਉਹਦੇ 'ਚ ਖਾਸੀ ਡਿਸਕਸ਼ਨ ਹੈ ਇਸ ਗੋਲੀकांड ਬਾਰੇ। ਜੀ, ਬਹੁਤ ਵੱਡਾ ਇਹ ਇੰਸੀਡੈਂਟ ਹੈ। ਉਸ ਤੋਂ ਅੱਗੇ ਜੇਕਰ ਚੱਲੀਏ ਤਾਂ ਤਰਨਤਾਰਨ ਬਾਈ ਇਲੈਕਸ਼ਨ ਤੋਂ ਬਾਅਦ ਆਪ ਨੂੰ ਕਹਿੰਦੇ ਵੀ 12 ਇਹੋ ਜਿਹੀਆਂ ਥਾਵਾਂ ਨੇ ਜਿੱਥੇ 100 ਤੋਂ ਵੀ ਘੱਟ ਵੋਟਾਂ ਪਈਆਂ ਨੇ। ਉੱਥੇ ਇਸ ਤੋਂ ਅੱਗੇ ਹੁਣ ਗੱਲ ਗੈਂਗਸਟਰਵਾਦ ਵੱਲ ਨੂੰ ਤੋਰੀ ਜਾ ਰਹੀ ਹੈ। ਇੱਕ ਪਾਸੇ ਤਾਂ ਅਕਾਲੀ ਕਹਿ ਰਹੇ ਨੇ ਵੀ ਭਾਈ ਡਾਇਨਾਸੌਰ ਆਉਣ ਜਾਂ ਨਾ ਆਉਣ, ਅਸੀਂ ਵਾਪਸ ਆ ਰਹੇ ਹਾਂ। ਪਰ ਇਸ ਗੱਲ ਨੂੰ ਭੁਨਾਉਣ ਦੇ ਲਈ ਹੁਣ ਆਮ ਆਦਮੀ ਪਾਰਟੀ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ ਜਾਂ ਫਿਰ ਸੱਚੀਓ ਇਹ ਵਾਲੀ ਗੱਲ ਹੈ? ਕਿਉਂਕਿ ਉਸ ਦਿਨ 5 ਦਿਨ ਰਹਿੰਦੇ ਸੀ ਹਲੇ, ਜਿਸ ਦਿਨ ਕੇਜਰੀਵਾਲ ਸਾਹਿਬ ਇਹ ਗੱਲ ਨੂੰ ਤੋਰਦੇ ਨੇ ਵੀ ਭਾਈ ਜਾਂ ਤਾਂ ਗੈਂਗਸਟਰ ਪੰਜਾਬ ਛੱਡ ਜਾਣ ਜਾਂ ਫਿਰ ਮਰਨ ਲਈ ਤਿਆਰ ਹੋ ਜਾਣ। ਕੀ ਕਹਿੰਦੇ ਹੋ ਜੀ ਇਹ ਜਿਹੜੀਆਂ ਸਿਰਫ 100 ਵੋਟਾਂ 12 ਜਗ੍ਹਾ ਤੇ ਪਈਆਂ ਨੇ ਉਸ ਤੋਂ ਬਾਅਦ ਐਡੀ ਲੀਡ ਲੈ ਕੇ ਕੱਢ ਕੇ ਲੈ ਜਾਣਾ ਕਿਵੇਂ ਲੱਗਦਾ ਹੈ ਜੀ? ਦੇਖੋ, ਜਿਹੜੀ ਲੀਡ ਮਤਲਬ ਮੈਂ ਜਿੰਨਾ ਇਸ ਨੂੰ ਦੇਖ ਰਿਹਾ ਸੀਗਾ, ਜਿਹੜੀ ਲੀਡ ਹੈਗੀ ਆ ਆਮ ਆਦਮੀ ਪਾਰਟੀ ਦੀ ਉਹ ਪੇਂਡੂ ਇਲਾਕਿਆਂ 'ਚ ਨਹੀਂ ਆਈ ਹੈਗੀ ਆ। ਕਈ ਸਾਰੇ ਪਿੰਡ ਤਾਂ ਏਦਾਂ ਦੇ ਸੀਗੇ ਜਿੱਥੇ ਆਮ ਆਦਮੀ ਪਾਰਟੀ ਨੂੰ ਘੱਟ ਵੋਟਾਂ ਪਈਆਂ ਨੇ। ਅਕਾਲੀ 60 ਬੂਥਾਂ ਤੇ ਬਹੁਤ ਹੈਵੀ ਵੇਟ ਪਏ ਨੇ, ਇਹ ਵੀ ਦੇਖਣ ਵਾਲਾ ਹੈ। ਕਾਂਗਰਸ ਦਾ ਤਾਂ ਬੁਰਾ ਹਾਲ ਰਿਹਾ। ਸਿਰਫ 2 ਬੂਥਾਂ ਤੇ ਸ਼ਾਇਦ ਜਿੱਥੋਂ ਉਹ ਕੈਂਡੀਡੇਟ ਰਿਹਾ ਹੋਊਗਾ ਉਹ ਸ਼ਾਇਦ ਉਸੇ ਬੂਥ ਤੇ ਉਹ ਜਿੱਤਿਆ ਹੋਊ। ਬਾਕੀ ਤਾਂ ਹੋਰ ਬੂਥਾਂ ਤੇ ਤਾਂ ਮੈਨੂੰ ਲੱਗਦਾ ਨਹੀਂ ਕਿ ਉਸ ਕੈਂਡੀਡੇਟ ਦਾ ਕੁਝ ਬਣਿਆ ਹੋਊਗਾ। ਬੀਜੇਪੀ ਵਾਸਤੇ ਤਾਂ ਹੋਰ ਗੰਭੀਰ ਸਮੱਸਿਆ ਹੈਗੀ ਆ। 56 ਬੂਥ ਏਦਾਂ ਦੇ ਹੈਗੇ ਜਿੱਥੇ 10 ਵੋਟਾਂ ਵੀ ਉਹਨਾਂ ਨੂੰ ਨਹੀਂ ਮਿਲੀਆਂ ਤੇ ਜ਼ਿਆਦਾਤਰ ਪੇਂਡੂ ਬੂਥ ਨੇ ਇਹ। ਤਾਂ ਇਹ ਹੈ। ਬਾਕੀ ਗੱਲ ਸਹੀ ਕਹਿ ਰਹੇ ਹੋ ਤੁਸੀਂ ਕਿ ਜਿਹੜੀ ਅਕਾਲੀ ਦਲ ਦੀ ਤਾਂ ਵਾਪਸੀ ਹੁੰਦੀ ਦਿਖ ਰਹੀ ਹੈ। ਮਤਲਬ ਇਹ ਮੈਂ ਅੱਜ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਤੇ ਅਸੀਂ ਗੱਲ ਕਰ ਰਹੇ ਸੀ ਡੇਟਾ ਬਾਰੇ ਕਿ ਕਿਵੇਂ ਚੀਜ਼ਾਂ ਬਦਲ ਰਹੀਆਂ ਨੇ, ਕਿਵੇਂ ਚੀਜ਼ਾਂ ਨੇ। ਤੇ ਉਸ ਬੰਦੇ ਦਾ ਇਹ ਕਹਿਣਾ ਸੀਗਾ ਕਿ ਇਹ ਵੀ ਹੋ ਸਕਦਾ ਗਾ ਕਿ ਸ਼ਾਇਦ ਅਕਾਲੀ ਦਲ ਪੰਜਾਬ ਦੇ ਵਿੱਚ 2027 'ਚ ਦੂਜੇ ਨੰਬਰ ਦੀ ਪਾਰਟੀ ਬਣ ਕੇ ਉੱਭਰੇ।
ਮਤਲਬ ਉਹ ਕਹਿ ਰਿਹਾ ਸੀਗਾ ਕਿ ਹਾਂ ਜਿੱਤ ਹਾਸਲ ਕਰੇ ਇਹ ਤਾਂ ਮੈਂ ਨਹੀਂ ਦਾਅਵਾ ਕਰ ਰਿਹਾ, ਪਰ ਸ਼ਾਇਦ ਦੂਜੇ ਨੰਬਰ ਦੀ ਪਾਰਟੀ ਬਣ ਕੇ ਉੱਭਰ ਸਕਦੀ ਹੈਗੀ ਆ। ਉਹ ਕਹਿ ਰਿਹਾ ਉਹਦਾ ਇਹ ਮੰਨਣਾ ਸੀਗਾ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਵੀ ਡਾਊਨ ਹੈ, ਕਾਂਗਰਸ ਦਾ ਗ੍ਰਾਫ ਅਪ ਹੋ ਨਹੀਂ ਰਿਹਾ। ਇਹਨਾਂ ਦੋਵਾਂ ਦੇ ਵਿਚਕਾਰ ਜਿਹੜਾ ਕਿਸੇ ਨੇ ਮਾੜੀ ਮੋਟੀ ਕ੍ਰੈਡੀਬਿਲਿਟੀ ਹਾਸਿਲ ਕੀਤੀ ਹੈ, ਕਿਸੇ ਦਾ ਗ੍ਰਾਫ ਉੱਪਰ ਜਾ ਰਿਹਾਗਾ ਤਾਂ ਉਹ ਅਕਾਲੀ ਦਲ ਦਾ ਜਾ ਰਿਹਾਗਾ। ਇਹ ਉਹਦਾ ਐਨਾਲਿਸਿਸ ਸੀਗਾ। ਜੇ ਮੈਨੂੰ ਲੱਗਦਾ ਹੈਗਾ ਕਿ ਪੰਥਕ ਧੜਿਆਂ 'ਚ ਖਾਸ ਕਰ ਇਲੈਕਟੋਰਲ ਜਿਹੜੇ ਚੋਣਾਂ ਦੀ ਰਾਜਨੀਤੀ 'ਚ ਹੈਗੇ, ਉਹਨਾਂ 'ਚ ਕੋਈ ਅੰਡਰਸਟੈਂਡਿੰਗ ਬਣ ਜਾਂਦੀ ਹੈਗੀ ਆ ਤੇ ਅਲਾਈਅੰਸ ਠੀਕ ਹੋ ਜਾਂਦੇ ਨੇ ਉਹਨਾਂ ਦੇ, ਤੇ ਕਿਸੇ ਅੰਡਰਸਟੈਂਡਿੰਗ 'ਚ ਉਹ ਚੋਣ ਲੜ ਲੈਂਦੇ ਨੇ, ਤਾਂ ਮੈਨੂੰ ਉਸ ਬੰਦੇ ਦੀ ਗੱਲ 'ਚ ਵਜ਼ਨ ਲੱਗਿਆ ਕਿ ਹਾਂ ਸ਼ਾਇਦ ਕੀ ਪਤਾ ਜਿਹੜੀ ਅਕਾਲੀ ਦਲ ਹੈ ਉਹ ਵਧੀਆ ਪ੍ਰਦਰਸ਼ਨ 27 'ਚ ਕਰੇ। ਬਾਕੀ ਗੈਂਗਸਟਰਵਾਦ ਦੀ ਤਾਂ ਦੇਖੋ ਗੱਲ ਤਾਂ ਚੱਲ ਰਹੀ ਹੈ ਕਿ ਗੈਂਗਸਟਰ ਛੱਡ ਜਾਣ ਪੰਜਾਬ ਨੂੰ, ਪਰ ਅੱਜ ਜਿਹੜਾ ਬੰਗੇ ਦੇ ਵਿੱਚ ਹੋਇਆ ਇਹਨੂੰ ਤੁਸੀਂ ਕਿਸ ਖਾਤੇ 'ਚ ਪਾਉਂਗੇ? ਇਹ ਤਾਂ ਹੂੰ ਗੱਲਾਂ ਨੇ ਮਤਲਬ ਨਸ਼ੇ ਵਾਲੀਆਂ, ਗੈਂਗਸਟਰਾਂ ਵਾਲੀਆਂ। ਇਹ ਤਾਂ ਮਤਲਬ ਕਾਫੀ ਟਫ ਹੈ। ਮਤਲਬ ਤੁਹਾਨੂੰ ਮੈਂ ਕਿਵੇਂ ਆਪਣੀ ਗੱਲ ਦੱਸਾਂ। ਮੇਰੇ ਹੂੰ ਮੇਰਾ ਇੱਕ ਪਲਾਟ ਹੈ ਛੋਟਾ ਜਿਹਾ ਇੱਥੇ ਨਵੇਂ ਗਰਾਉਂ, ਉੱਥੋਂ ਜੀ ਇਹ ਬਿਜਲੀ ਦਾ ਮੀਟਰ ਚੋਰੀ ਹੋ ਰੱਖਿਆ ਗਾ। ਮੈਂ 4 ਦਿਨਾਂ ਤੋਂ ਪੁਲਿਸ ਸਟੇਸ਼ਨ 'ਚ ਜਾ ਰਿਹਾ ਗਾ। ਮੈਂ ਜੀ ਕਿਸੇ ਦੀ ਸਿਫਾਰਿਸ਼ ਨਹੀਂ ਲਵਾ ਰਿਹਾ, ਨਾ ਮੈਂ ਉਹਨਾਂ ਨੂੰ ਇਹ ਦੱਸ ਰਿਹਾ ਕਿ ਮੈਂ ਪੱਤਰਕਾਰ ਹਾਂ। ਮੈਂ ਖੁਦ ਮਤਲਬ ਇਹ ਸਮਝਣਾ ਚਾਹੁੰਦਾ ਗਾ ਕਿ ਯਾਰ ਆਮ ਆਦਮੀ ਨੂੰ ਕਿੰਨੀਆਂ ਦਿੱਕਤਾਂ ਹੁੰਦੀਆਂ ਨੇ। ਮੇਰੇ ਬਿਜਲੀ ਹੂੰ ਦੇ ਮੀਟਰ ਜਿਹੜਾ ਚੋਰੀ ਹੋਇਆ ਉਹਦੀ ਡੀਡੀਆਰ ਕੱਟ ਕੇ ਨਹੀਂ ਦੇ ਰਹੇ। 4 ਦਿਨ ਜੀ ਲਗਾਤਾਰ ਮੈਂ ਹੋ ਗਏ ਮੈਂ ਥਾਣੇ 'ਚ ਜਾ ਰਿਹਾ ਗਾ। ਤਾਂ ਇਹ ਤਾਂ ਇਹਨਾਂ ਦੇ ਹਾਲਾਤ ਨੇ। ਹਜੇ ਮੈਂ ਨਾ ਉਹਨਾਂ ਜਿਹੜੇ ਪੁਲਿਸ ਅਧਿਕਾਰੀ ਨੇ ਉੱਥੇ, ਉਹਨਾਂ ਨੂੰ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਮੈਂ ਪੱਤਰਕਾਰ ਹਾਂ, ਕਿਉਂਕਿ ਮੈਨੂੰ ਪਤਾ ਕਿ ਜੇ ਮੈਂ ਦੱਸਦਾ ਕਿ ਮੈਂ ਪੱਤਰਕਾਰ ਹਾਂ ਫਿਰ ਉਹ ਤੇ ਕੰਮ ਕਰਨਗੇ। ਹਾਂ ਹਾਂ ਉਹ ਕੰਮ ਕਰਨਗੇ। ਮੈਂ ਉੱਥੇ ਉਹਨਾਂ ਨੂੰ ਹੂੰ ਮਨਦੀਪ ਪੁਨੀਆ ਵੀ ਨਾ ਨਹੀਂ ਦੱਸਿਆ, ਆਪਣਾ ਮਨਦੀਪ ਸਿੰਘ ਨਾ ਦੱਸਿਆ, ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਉਹ ਵੀ ਨਾ ਹੋਵੇ। ਤਾਂ ਮਤਲਬ ਹੂੰ ਇਹ ਚੀਜ਼ਾਂ ਦੇਖੋ ਕਿੰਨੀਆਂ ਬਰੀਕ ਨੇ। ਜੀ ਹਾਂ, ਤੇ ਉੱਥੇ ਥਾਣੇ 'ਚ ਜਦੋਂ ਮੈਂ ਜਾਂਦਾ ਹਾਂ ਡੇਲੀ, ਤਾਂ ਮੈਂ ਦੇਖਦਾ ਜੀ ਹਾਂ ਕਿ ਲੋਕ ਬਹੁਤ ਸਾਰੇ ਬੈਠੇ ਹੁੰਦੇ। ਉਹਨਾਂ ਨਾਲ ਮੈਂ ਜਿਹੜੇ ਮੇਰੇ ਆਲੇ-ਦੁਆਲੇ ਬੈਠੇ ਹੁੰਦੇ, ਉਹਨਾਂ ਨਾਲ ਮੈਂ ਗੱਲ ਕਰਨ ਲੱਗ ਜਾਂਦਾ ਕਿ ਤੁਹਾਡਾ ਕਿਸ ਕਿਸਮ ਦਾ, ਕਿਸੇ ਦਾ ਚੋਰੀ ਦਾ ਮਸਲਾ ਹੁੰਦਾ ਹੈ, ਕਿਸੇ ਦਾ ਕੋਈ ਕਿਸੇ ਬੱਚੇ ਨੂੰ ਫੜ ਕੇ ਅੰਦਰ ਦੇ ਰੱਖਿਆ ਹੁੰਦਾ, ਕਿਸੇ ਦਾ ਕੁਛ ਹੈ, ਕਿਸੇ ਦਾ ਕੁਛ ਹੈ, ਤੇ ਨਵੇੜਾ ਕਿਸੇ ਦਾ ਨਹੀਂ ਹੈ। ਬਹੁਤ ਜੀ ਜੀ ਮਤਲਬ ਇਹ ਹਕੀਕਤ ਹੈ, ਬਹੁਤ ਤੁਸੀਂ ਕਹਿ ਲਓ ਬਰੂਟਲ ਹਕੀਕਤ ਹੈ ਕਿ ਹੂੰ ਠੀਕ ਹੈ, ਪੀਆਰ ਇੱਕ ਅੱਡ ਚੀਜ਼ ਹੈ ਕਿ ਤੁਸੀਂ ਪੁਲਿਸ ਵਾਲਿਆਂ ਨੂੰ ਕਹਿ ਦਿਓ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੰਚਰ ਕਰਨ ਲੱਗ ਜਾਓ, ਇਹ ਝੂਠੇ ਐਨਕਾਊਂਟਰ ਵਗੈਰਾ ਕਰ ਕੁਰ ਕੇ ਪੈਰਾਂ 'ਚ ਪੂਰੀ ਗੋਲੀਆਂ ਪਬਲਿਸਿਟੀ ਮਾਰਨੀਆਂ ਕਰ। ਸ਼ੁਰੂ ਕਰ ਦਿਓ। ਹਾਂ, ਤੇ ਪੰਚਰ ਕਰਨ ਦਾ ਮਤਲਬ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਿਆਂ ਕਿ ਪੁਲਿਸ ਦੀ ਭਾਸ਼ਾ 'ਚ ਪੰਚਰ ਕਰਨ ਦਾ ਮਤਲਬ ਇਹ ਹੁੰਦਾ ਕਿ ਉਹਨੂੰ ਬੰਦਿਆਂ ਨੂੰ, ਨੌਜਵਾਨਾਂ ਨੂੰ ਲੰਗੜਾ ਕਰ ਦੇਣਾ, ਉਹਨਾਂ ਦੇ ਹੂੰ ਪੈਰਾਂ 'ਚ ਗੋਲੀਆਂ ਮਾਰਨੀਆਂ। ਤਾਂ ਇਹ ਸਾਰਾ ਤੁਸੀਂ ਕਰੇ ਚੱਲੋ, ਪਰ ਇਹ ਪੀਆਰ ਕਿਤੇ ਵੀ ਨਹੀਂ ਜਾ ਰਿਹਾ ਤੁਹਾਡਾ। ਜੀ ਗਰਾਊਂਡ 'ਚ ਤਾਂ ਲੋਕ ਜ਼ਿਆਦਾ ਸਫ਼ਰ ਕਰ ਰਹੇ ਨੇ। ਠੀਕ ਹੈ, ਤਾਂ ਜੀ ਇਹ ਜੀ ਮੈਨੂੰ ਲੱਗਦਾ ਗਾ ਪਤਾ ਨਹੀਂ ਮਤਲਬ ਕੀ ਆਪਾਂ ਕਵਾਂਗੇ ਕੀ ਨਹੀਂ ਕਵਾਂਗੇ ਇਸ ਸਾਰੇ ਤੇ, ਪਰ ਕਾਫੀ ਇੰਟਰਸਟਿੰਗ ਹੈ। ਜੀ ਮਾਈਕਰੋ ਲੈਵਲ ਤੇ ਕੀ ਕੁਝ ਵਾਪਰ ਰਿਹਾ ਸਰਕਾਰ ਦਾ, ਜਾਂ ਤਾਂ ਉਸ ਪਾਸੇ ਧਿਆਨ ਨਹੀਂ ਹੈ, ਜਾਂ ਫਿਰ ਉਹਨਾਂ ਨੂੰ ਜਾਣਕਾਰੀ ਸਾਰੀ ਪਹੁੰਚ ਰਹੀ ਹੈ, ਉਹ ਸਿਰਫ ਜਿਵੇਂ ਬਿੱਲੀ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਹੈ, ਉਹ ਕੰਮ ਕਰ ਰਹੇ ਨੇ। ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਅੰਮ੍ਰਿਤਸਰ ਦੇ ਵਿੱਚ ਹਿੰਦ ਦੀ ਚਾਦਰ ਨਾਮ ਦੀ ਫਿਲਮ ਤੇ ਵਿਵਾਦ ਹੋ ਗਿਆ। ਐਸਜੀਪੀਸੀ ਨੇ ਸਿੱਖ ਭਾਵਨਾਵਾਂ ਦਾ ਹਵਾਲਾ ਦੇ ਕੇ ਨਿਰਮਾਤਾ ਤੇ ਨਿਰਦੇਸ਼ਕਾਂ ਨੂੰ ਕਿਹਾ ਵੀ ਭਾਈ ਇਹ ਮੂਵੀ ਨਾ ਰਿਲੀਜ਼ ਕੀਤੀ ਜਾਵੇ। ਵੈਸੇ ਤਾਂ ਮੇਰਾ ਨਿੱਜੀ ਤੌਰ ਤੇ ਹਿੰਦ ਦੀ ਚਾਦਰ ਕਹਿਣ ਦੇ ਨਾਲ ਹੀ, ਇਹ ਸ਼ਬਦ ਵਰਤਣ ਦੇ ਨਾਲ ਹੀ ਥੋੜਾ ਵਿਵਾਦ ਰਹਿੰਦਾ ਹੈ ਕਿ ਹਿੰਦ ਨਹੀਂ, ਕੁੱਲ ਜਿਹੜੀ ਮਾਨਵਤਾ ਹੈ ਉਹਦੀ ਚਾਦਰ ਕਹਿ ਸਕਦੇ ਆ। ਸਿਰਫ ਤੁਸੀਂ ਇੱਕ ਘੇਰੇ 'ਚ ਨਹੀਂ ਬੰਨ ਸਕਦੇ ਗੁਰੂ ਤੇਗ ਬਹਾਦਰ ਜੀ ਦੀ ਆਈਡੀਓਲੋਜੀ ਨੂੰ, ਉਹਨਾਂ ਦੀ ਸ਼ਹਾਦਤ ਨੂੰ। ਜੀ ਹਾਂਜੀ, ਸ਼ਾਇਦ ਇਹ ਜਿਹੜੇ ਆਪਾਂ ਕਹਿ ਲਈਏ ਕਿ ਆਈਡੀਓਲੋਜੀਕਲ ਡਰੀਵਨ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਜਿਹਦੇ 'ਚ ਇਸ ਕਿਸਮ ਦੇ ਪ੍ਰੋਜੈਕਟ ਚੱਲਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਈ ਸਾਰੇ ਕੁਛ ਹੋਰ ਨਾਂ ਨਾਲ ਆਖਦੇ ਨੇ, ਠੀਕ ਹੈ, ਜੀ ਬੰਦਾ ਬੈਰਾਗੀ ਉਹਨਾਂ ਨੂੰ ਆਖਦੇ ਨੇ, ਉਹ ਆਈਡੀਓਲੋਜੀਕਲ ਡਰੀਵਨ ਨੇ। ਆਪਾਂ ਨੂੰ ਪਤਾ ਹੈ ਕਿ ਹਿੰਦੀ ਚਾਦਰ ਕਹਿਣਾ ਵੀ ਇੱਕ ਆਈਡੀਓਲੋਜੀਕਲ ਡਰੀਵਨ ਪ੍ਰੋਜੈਕਟ ਹੈਗਾ। ਉਹਦੇ 'ਚ ਉਹਦੀਆਂ ਜਿਹੜਾ ਤੁਸੀਂ ਜੇ ਲੱਭੋਗੇ ਤਾਂ ਉਹ ਫਿਰ ਤੁਹਾਨੂੰ ਜਿਹੜੀ ਆਈਡੀਓਲੋਜੀ ਆਰਐਸਐਸ, ਉਹਦੇ ਵੱਲ ਚੀਜ਼ਾਂ ਦਾ ਸਾਰਾ ਤੁਹਾਨੂੰ ਹੁੰਦਾ ਦਿਖੂਗਾ। ਇਹ ਸ਼ਾਇਦ ਹੂੰ ਐਸਜੀਪੀਸੀ ਨੂੰ ਵੀ ਇਸ ਚੀਜ਼ ਦਾ ਆਭਾਸ ਹੈਗਾ, ਇਸੇ ਕਰਕੇ ਇਸ ਫਿਲਮ ਨੂੰ ਰੋਕਿਆ ਗਿਆ ਹੈਗਾ। ਦੂਜੀ ਜੀ ਐਨੀਮੇਸ਼ਨ ਹੋਵੇ ਜਾਂ ਫਿਰ ਮੂਲ ਕਿਰਦਾਰਾਂ ਨਾਲ ਜੇ ਫਿਲਮ ਹੋਵੇ, ਪਰ ਉਹ ਸਿੱਖੀ ਦੇ ਸਿਧਾਂਤਾਂ ਤੇ ਉਲਟ ਹੈ ਕਿ ਤੁਸੀਂ ਸਿੱਖ ਇਤਿਹਾਸ ਦਾ ਤੇ ਉਹਦੇ ਜਿਹੜੇ ਗੁਰੂ ਰਹੇ ਹੈਗੇ ਆ, ਜਾਂ ਫਿਰ ਵੱਡੇ ਜਿਹੜੇ ਆਪਾਂ ਆਦਰਸ਼ ਰਹੇ ਹੈਗੇ ਆ, ਉਹਨਾਂ ਦਾ ਤੁਸੀਂ ਫਿਲਮਾਂਕਨ ਕਰੋ। ਇਹ ਸਿੱਖੀ ਆਈਡੀਆ ਦੇ ਉਲਟ ਵੀ ਹੈ। ਆਈਡੀਓਲੋਜੀਕਲ ਵੀ ਮਤਲਬ ਤੁਸੀਂ ਉਹ ਵੀ ਕਹੋਗੇ ਕਿ ਠੀਕ ਨਹੀਂ ਹੈ ਜਿਹੜਾ ਗੱਲ ਹੈ। ਤਾਂ ਸਿੱਖ ਸਿਧਾਂਤਾਂ ਦੇ ਜੇ ਉਲਟ ਕੋਈ ਚੀਜ਼ ਹੈ ਤਾਂ ਫਿਰ ਉਹਦੇ ਤੇ ਰੋਕ ਤਾਂ ਲੱਗਣੀ ਚਾਹੀਦੀ ਹੈ। ਐਸਜੀਪੀਸੀ ਨੇ ਇਸ ਤੇ ਇੱਕ ਸਟੈਂਡ ਲਿਆ ਗਾ, ਤੇ ਜਾਂਚ ਕਮੇਟੀ ਬੈਠੂਗੀ ਇਸ ਫਿਲਮ ਤੇ, ਉਦੋਂ ਪਤਾ ਲੱਗੂਗਾ ਕਿ ਕੀ ਕੁਛ ਇਸ ਫਿਲਮ 'ਚ ਦਿਖਾਇਆ ਗਿਆ ਹੈਗਾ।
ਜੀ, ਜੀ। ਇਸ ਤੋਂ ਅੱਗੇ ਚੱਲੀਏ ਤਾਂ ਉੱਧਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ 10 ਤਰੀਕ ਵਾਲੀ ਕਾਲ ਸੀ, ਉਸ ਸਮੇਂ ਤਾਂ ਪੁਲਿਸ ਨੇ ਆਪਣਾ ਜ਼ੋਰ ਲਾਇਆ, ਜਿਸ ਤਰੀਕੇ ਵੀ ਰੋਕਣ ਦੀ ਕੋਸ਼ਿਸ਼ ਕਰਨੀ ਸੀ, ਉਹਨਾਂ ਨੇ ਕੀਤੀ। ਪਰ ਉਸ ਤੋਂ ਬਾਅਦ ਹੁਣ ਕਈ ਦਿਨ ਪੈ ਜਾਣ ਦੇ ਬਾਅਦ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਭਾਈ ਉਸ ਦਿਨ ਜਿਨ੍ਹਾਂ ਨੇ ਦਰਵਾਜ਼ਾ ਮੇਨ ਗੇਟ ਤੋੜ ਕੇ ਅੰਦਰ ਐਂਟਰੀ ਕੀਤੀ, ਅਣਪਛਾਤਿਆਂ ਮੰਨਦਿਆਂ ਹੋਇਆਂ ਇੱਕ FIR ਦਰਜ ਕਰ ਲਈ ਗਈ ਹੈ ਜੀ। ਨਾਲ ਦੀ ਨਾਲ ਪੇਪਰਾਂ ਨੂੰ ਲੈ ਕੇ ਕੀ ਸਟੈਂਡ ਹੈ ਹੁਣ ਯੂਨੀਵਰਸਿਟੀ ਦਾ, ਉਸ ਤੇ ਵੀ ਪਾ ਦਿਓ ਚਾਨਣਾ। ਹਾਂਜੀ, ਜਿਹੜਾ ਗੇਟ ਨੰਬਰ 1 ਤੋਂ ਜਿਹੜੇ ਐਂਟਰੀ ਕੀਤੀ ਗਈ ਸੀ ਗੇਟ ਤੋੜ ਕੇ ਪੰਜਾਬ ਯੂਨੀਵਰਸਿਟੀ ਦੇ, ਹਾਂ 10 ਨਵੰਬਰ ਨੂੰ ਜਿਹੜੀ ਇਹ ਘਟਨਾਕ੍ਰਮ ਵਾਪਰਿਆ ਸੀ, ਉਹਦੇ 'ਚ FIR ਵਗੈਰਾ ਹੋਈਆਂ ਨੇ। ਇਸ 'ਚ ਸਾਰੇ ਮਾਮਲੇ 'ਚ ਜਿਹੜਾ ਇੱਕ ਚੀਜ਼ ਹੋਰ ਪਤਾ ਲੱਗੀ ਹੈ, ਕੁਛ ਬੰਦਿਆਂ ਤੇ ਜਿਹੜੇ ਸਟੇਜ ਤੇ ਬੋਲ ਕੇ ਗਏ ਨੇ, ਉਹਨਾਂ ਤੇ ਵੀ FIR ਹੋਈ। ਜਿਵੇਂ ਨਵਦੀਪ ਜਿਹੜਾ ਵਾਟਰ ਕੈਨਨ ਵਾਲਾ ਮੁੰਡਾ ਗਾ ਅੰਬਾਲੇ ਤੋਂ, ਹਰਿਆਣੇ ਤੋਂ, ਉਹਦੇ ਤੇ ਵੀ ਜੀ, FIR ਦਰਜ ਕੀਤੀ ਗਈ ਹੈਗੀ ਆ, ਮਤਲਬ ਸ਼ਿਕਾਇਤ ਹੋਈ ਹੈ ਉਹਦੀ ਵੀ। ਹੁਣ ਪਤਾ ਨਹੀਂ ਹੈ ਕਿ ਐਗਜ਼ੈਕਟ ਉਹਦੇ ਤੇ ਧਾਰਾਵਾਂ ਕੀ ਲਾਈਆਂ ਗਈਆਂ ਨੇ, ਤੇ ਇਹਦੇ 'ਚ ਜੀ। ਵੀ ਦੇਖਣਾ ਪਊਗਾ। ਜਿਹੜੇ ਇੰਸਪੈਕਟਰ ਰੋਹਿਤ ਕੁਮਾਰ ਨੇ, ਸੈਕਟਰ 17 ਦੇ SHO ਨੇ, ਉਹਨਾਂ ਨੇ ਇਹ ਸਾਰੇ ਕੇਸ ਵਗੈਰਾ ਆਪਣੇ ਹੱਥਾਂ 'ਚ ਲਏ ਨੇ, ਤਾਂ ਮਤਲਬ ਦੇਖਣਾ ਪਊਗਾ ਕਿ ਜੀ, ਬਰੀਕੀ ਨਾਲ ਦੇਖਣਾ ਪਊਗਾ, ਰਿਪੋਰਟਿੰਗ ਕਰਨੀ ਪਊਗੀ, ਉਦੋਂ ਹੀ ਪਤਾ ਲੱਗੂਗਾ ਕਿ ਕਿਵੇਂ ਇਹਨਾਂ ਨੇ ਇਹ ਸਾਰਾ ਕੰਮ ਰੱਖਿਆ ਗਾ। ਹਾਂ, ਸਟੂਡੈਂਟਾਂ ਦਾ ਅੰਦੋਲਨ ਚੱਲ ਰਿਹਾ ਗਾ, ਜਿਹੜੇ 18, 19, 20 ਨਵੰਬਰ ਦੀਆਂ ਜਿਹੜੇ ਐਗਜ਼ਾਮ ਸੀਗੇ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈਗਾ, ਤੇ ਇੱਕ ਸਹਿਮਤੀ ਵੀ ਬਣਦੀ ਦਿਖਾਈ ਦੇ ਰਹੀ ਹੈ। ਵਾਈਸ ਚਾਂਸਲਰ ਨੇ ਕੱਲ ਸਟੂਡੈਂਟਸ ਦੀ ਮੀਟਿੰਗ ਸੀਗੀ, ਉਹਨਾਂ ਨੂੰ ਕਿਹਾ ਹੈਗਾ ਕਿ 24 ਨਵੰਬਰ ਤੱਕ ਦਾ ਟਾਈਮ ਦਿਓ, 24 ਨਵੰਬਰ ਨੂੰ ਅਸੀਂ ਇਸ ਪੂਰੇ ਕੰਮ ਨੂੰ ਸਿਰੇ ਲਾ ਦਿਆਂਗੇ, ਇਹ ਗੱਲ ਆਖੀ ਜਾ ਰਹੀ ਹੈ। ਸੋ ਵੇਖਦੇ ਹਾਂ ਗੱਲ ਸਿਰੇ ਲੱਗਦੀ ਹੈ ਜਾਂ ਨਹੀਂ। ਕਹਿੰਦੇ ਸੈਨੇਟ ਦੇ ਵਿੱਚ ਵੀ ਐਂ ਜਾਪਦਾ ਜਿਵੇਂ ਦੋ ਧੜੇ ਨੇ, ਇੱਕ ਚਾਹੁੰਦਾ ਵੀ ਇਸ ਸੰਘਰਸ਼ ਨੂੰ ਨਿਬੇੜਿਆ ਜਾਵੇ, ਇੱਕ ਚਾਹੁੰਦਾ ਕਿ ਨਹੀਂ ਭਾਈ ਹਾਲੇ ਲਟਕਾਇਆ ਜਾਵੇ, ਕੁਝ ਕਰਦੇ ਹਾਂ, ਇਸ ਤੇ ਕੋਈ ਹੱਲ ਲੱਭਦੇ ਹਾਂ। ਸੋ ਇਹੋ ਜਿਹੀ ਸਥਿਤੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ।